ਵਾਲੀਏ ਕੁਲਾਲਮ ਰਾਜਾ ਨਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਸਾਹਿਬ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਨੌਵੇਂ ਪਾਤਸ਼ਾਹ ਮਹਾਰਾਜੀਆਂ ਦੇ ਪਾਵਨ ਮੁਬਾਰਕ ਚਰਨਾਂ ਨਾਲ ਨਿਵਾਜੀ ਧਰਤੀ, ਮੁਕੱਦਸ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਜੀ ਕੇ ਪਾਵਨ ਮੁਬਾਰਕ ਅਸਥਾਨਾਂ ਤੇ ਨੇਮ ਸਹਿਤ ਪ੍ਰੇਮ ਸਹਿਤ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੇ ਅੰਮ੍ਰਿਤਮਈ ਪਾਵਨ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕਰਕੇ ਸਾਹਿਬ ਜੀ ਦੇ ਦਰੋਂ ਕਰੋ ਅਸੀਸਾਂ ਦੇ ਪਾਤਰ ਬਣ ਰਹੇ ਸਤ ਸੰਗੀ ਜਨੋ, ਹੁਣੇ ਹੀ ਪਾਵਨ ਆਸਾ ਜੀ ਕੀ ਵਾਰ ਦੇ ਕੀਰਤਨ ਸੰਪੰਨ ਹੋਏ ਹਨ। ਇਹਨਾਂ ਸਥਾਨਾਂ ਦੇ ਹੀ ਹਜ਼ੂਰੀ ਰਾਗੀ ਤਿਨਾਂ ਪਾਸੋਂ ਪਾਵਨ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਪਾਵਨ ਸ਼੍ਰੀ ਮੁਖ ਵਾਕ ਸਤਿਗੁਰੂ ਜੀਆਂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਰੂਪ ਹੋ ਕਰਕੇ ਮੇਰੀ ਤੁਹਾਡੀ ਸਭਨਾਂ ਦੀ ਸਾਹਿਬ ਜੀਆਂ ਨੇ ਝੋਲੀ ਵਿੱਚ ਸ਼ਬਦ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਤਿਨਾਂ ਦੇ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਅੱਜ ਦੇ ਬੋਲ ਹਨ। ਪ੍ਰੇਮ ਨਾਲ ਬਾਣੀ ਪੜ੍ਹਨੇ ਵਾਲਿਆਂ ਨੂੰ ਭਾਈ ਇਹ ਪਾਵਨ ਸ਼ਬਦ ਕੰਠਾਗਰ ਹੀ ਹਨ, ਕੰਠ ਹਨ। ਆਓ ਪ੍ਰਥਮ ਪਾਵਨ ਸ਼੍ਰੀ ਮੁਖ ਵਾਕ ਜੀ ਦੀ ਕਥਾ ਵਿਚਾਰ ਔਰ ਉਪਰੰਤ ਲੜੀਵਾਰ ਪਾਵਨ ਸ਼ਬਦਾਂ ਦੇ ਦੀਦਾਰ ਗੁਰੂ ਕਿਰਪਾ ਸਹਿਤ ਆਪਾਂ ਕਰਾਂਗੇ। ਮਨ ਬਿਰਤੀਆਂ ਦੀ ਇਕਾਗਰਤਾਈ ਲਈ ਉਚਾਰਨ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਰਾਗ ਧਨਾਸਰੀ ਹੈ। 31 ਰਾਗਾਂ ਵਿੱਚੋਂ ਇੱਕ ਰਾਗ ਧਨਾਸਰੀ ਸੰਗਤ ਜੀ ਔਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਦੋਵੇਂ ਗੁਰੂ ਸਾਹਿਬਾਨ ਜੀਆਂ ਦੀ 30 ਰਾਗਾਂ ਦੇ ਅੰਦਰ ਬਾਣੀ ਹੈ। 31 ਰਾਗਾਂ ਵਿੱਚੋਂ ਜੈਸਾ ਆਪ ਸੰਗਤ ਜੀ ਨੂੰ ਪਤਾ ਹੀ ਹੈ, 31 ਰਾਗਾਂ ਵਿੱਚੋਂ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਮਹਾਰਾਜ ਔਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ 31 ਰਾਗਾਂ ਵਿੱਚੋਂ 30 ਰਾਗਾਂ ਅੰਦਰ ਮਹਾਰਾਜੀਆਂ ਦੇ ਪਾਵਨ ਪਵਿੱਤਰ ਸ਼ਬਦ ਹਨ। ਸਤਿਗੁਰੂ ਮਹਾਰਾਜ ਜੀਆਂ ਦੇ ਉੱਪਰ ਅਥਾਹ ਬਖਸ਼ਿਸ਼ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ। ਸਤਿਗੁਰੂ ਜੀਆਂ ਨੇ ਮਹਾਰਾਜ ਜੀਆਂ ਦੇ ਬਾਲਪਨ ਅਵਸਥਾ ਵਿੱਚ ਹੀ ਸ਼ਬਦ ਕਹਿ ਦਿੱਤੇ, ਦੋਹਤਾ ਬਾਣੀ ਕਾ ਬੋਹਿਥਾ, ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥ। ਸੋ ਬਾਣੀ ਕੇ ਬੋਹਿਥ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਕੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਸੰਗਤ ਜੀਓ ਅੱਜ ਦਾ ਪਾਵਨ ਸ਼ਬਦ ਹੈ। ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਦ ਸੰਭਾਲੇ। ਸਤਿਗੁਰੂ ਮਹਾਰਾਜ ਜੀਆਂ ਨੇ ਰਹਿਮਤ ਕੀਤੀ। ਪਹਿਲਾ ਪਾਵਨ ਪਵਿੱਤਰ ਬਚਨ, ਔਖੀ ਘੜੀ ਨਾ ਦੇਖਣ ਦੇਈ। ਮਹਾਰਾਜ ਤੁਸੀਂ ਆਪਣੇ ਸੇਵਕ ਜਨਾਂ ਨੂੰ ਸਾਹਿਬ ਜੀ ਔਖੀ ਘੜੀ ਵੇਖਣ ਹੀ ਨਹੀਂ ਦਿੰਦੇ।
ਆਪਣਾ ਬਿਰਦ ਸੰਭਾਲੇ ਕਹੀਏ ਮਹਾਰਾਜ, ਜਿਹੜਾ ਤੁਹਾਡਾ ਆਪਣਾ ਮੁੱਢ ਕਦੀਮੀ ਸੁਭਾਅ ਹੈ, ਕਿਹੜਾ ਸੁਭਾਅ ਸੰਗਤ ਜੀ? ਬਿਰਦ ਸੰਭਾਲੇ ਦਾ ਅਰਥ ਕੀ ਹੈ? ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ, ਇਹ ਹੈ ਭਾਈ ਉਹਦਾ ਮੁੱਢ ਕਦੀਮੀ ਸੁਭਾਅ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਸਤਿਗੁਰੂ ਮਹਾਰਾਜ ਜੀਆਂ ਨੇ ਪਾਵਨ ਨੇ ਮੁਬਾਰਕ ਬਚਨ ਬਖਸ਼ਿਸ਼ ਕੀਤੇ। ਭਾਈ ਉਹਦਾ ਮੁੱਢ ਕਦੀਮੀ ਸੁਭਾਅ ਹੈ। ਇਹਨੂੰ ਸੰਗਤ ਜੀ ਜਦੋਂ ਪੜ੍ਹਨਾ ਹੈ ਪਾਵਨ ਮੁਬਾਰਕ ਬਚਨ, ਔਖੀ ਘੜੀ ਨਾ ਦੇਖਣ ਦੇਈ, ਦਿੰਦਾ ਨਹੀਂ ਹੈ ਭਾਈ, ਉਹ ਵੇਖਣ ਹੀ ਨਹੀਂ ਦਿੰਦਾ ਹੈ। ਉਹ ਆਪਣੇ ਸੇਵਕ ਜਨਾਂ ਨੂੰ ਭਾਈ ਅਜਿਹਾ ਸਮਾਂ ਦੇਖਣ ਹੀ ਨਹੀਂ ਦਿੰਦਾ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਉਹ ਆਪਣਾ ਭਾਈ ਜਿਹੜਾ ਉਹਦਾ ਮੁੱਢ ਕਦੀਮੀ ਸੁਭਾਅ ਹੈ ਬਿਰਦ, ਭਾਈ ਉਹ ਆਪਣਾ ਮੁੱਢ ਕਦੀਮੀ ਸੁਭਾਵ ਉਹਨੂੰ ਸੰਭਾਲ ਕਰਕੇ ਔਰ ਆਪਣੇ ਸੇਵਕ ਜਨਾਂ ਦੀ ਪੈਜ ਉਹ ਰੱਖਦਾ ਆਇਆ ਹੈ। ਭਗਤ ਸਾਹਿਬਾਨ ਹੋਏ ਮਹਾਰਾਜ ਜੀਓ ਕੀ ਪਾਵਨ ਪਵਿੱਤਰ ਬਾਣੀ ਅੰਦਰ ਸਾਹਿਬ ਜੀਆਂ ਨੇ ਬੇਅੰਤ ਉਦਾਹਰਨਾਂ ਬਖਸ਼ਿਸ਼ ਕੀਤੀਆਂ। ਭਗਤ ਸਾਹਿਬਾਨਾਂ ਦੇ ਜੀਵਨ ਦੇ ਵਿੱਚੋਂ ਔਰ ਸਤਿਕਾਰਯੋਗ ਜਿਹੜੇ ਪੁਰਾਤਨ ਸਾਧ ਸੰਗਤ ਜੀਓ ਜਿਨ੍ਹਾਂ ਦੀਆਂ ਉਦਾਹਰਨਾਂ ਮਹਾਰਾਜ ਜੀਆਂ ਨੇ ਦਿੱਤੀਆਂ। ਬਾਬਾ ਕਬੀਰ ਸਾਹਿਬ ਜੀਆਂ ਦੇ ਜੀਵਨ ਦੇ ਉੱਪਰ ਵੀ ਕਸ਼ਟ ਵਾਲਾ ਸਮਾਂ ਆਇਆ, ਉਹ ਵੀ ਪਰਮੇਸ਼ਰ ਜੀਆਂ ਦੇ ਸ਼ੁਕਰਾਨੇ ਦੇ ਅੰਦਰ ਜੁੜ ਕਰਕੇ ਜਦੋਂ ਇਹ ਬਚਨ ਲਿਖਦੇ ਹਨ, ਰੇ ਮੁਹਾਵਤ ਤੁਝ ਡਾਰੋ ਕਾਟ, ਇਸੈ ਤਰਾਵੋ ਘਾਲੋ ਸਾਟ, ਕਿਆ ਅਪਰਾਧ ਸੰਤ ਹੈ ਕੀਨਾ, ਬਾਦ ਪੂਟ ਕੁੰਚਰ ਕੋ ਦੀਨਾ, ਕੁੰਚਰ ਪੂਟ ਲੈ ਲੈ ਨਮਸਕਾਰੇ, ਬੂਝੀ ਨਾਹੀ ਕਾਜੀ ਅੰਧਿਆਰੈ, ਤੀਨ ਵਾਰ ਪਤੀਆ ਪਰ ਲੀਨਾ, ਮਨ ਕਠੋਰ ਅਜੂ ਨਾ ਪਤੀਨਾ। ਸੋ ਭਾਈ ਜਿਤਨੇ ਮਹਾਂਪੁਰਖਾਂ ਦੀਆਂ ਉਦਾਹਰਨਾਂ ਮੇਰੇ ਸਾਹਿਬ ਜੀਆਂ ਨੇ ਬਾਣੀ ਅੰਦਰ ਦਿੱਤੀਆਂ, ਸੁਬਹ ਸ਼ਾਮ ਸਵੇਰੇ ਸ਼ਾਮ ਆਪਾਂ ਰੋਜ਼ਾਨਾ ਪੜ੍ਹਨੇ ਹਾਂ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਇਹ ਪਾਵਨ ਮੁਬਾਰਕ ਬਚਨ ਸਾਡੀ ਝੋਲੀ ਵਿੱਚ ਪਾਉਂਦੇ ਹਨ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ, ਮੁਖ ਲਾਇਆ। ਭਗਤ ਨਾਮਦੇਵ ਸਾਹਿਬ ਦੀ ਵੀ ਉਦਾਹਰਣ ਆ ਗਈ। ਪੁਰਾਤਨ ਜਿਹੜੇ ਮਹਾਂਪੁਰਖ ਭਗਤ ਹੋਏ ਸੰਗਤ ਜੀ, ਤਿਨਾਂ ਦੀ ਵੀ ਉਦਾਹਰਣ ਆ ਗਈ। ਸੋ ਇਹ ਮਹਾਰਾਜ ਜੀਆਂ ਨੇ ਇਹਨਾਂ ਪਾਵਨ ਸ਼ਬਦਾਂ ਅੰਦਰ ਰਹਿਮਤਾਂ ਕੀਤੀਆਂ। ਔਖੀ ਘੜੀ ਨਾ ਦੇਖਣ ਦੇਈ, ਮਾਲਕ ਜੀ ਤੁਸੀਂ ਆਪਣੇ ਸੇਵਕ ਜਨਾਂ ਨੂੰ ਔਖੀ ਘੜੀ ਔਖਾ ਸਮਾਂ ਨਹੀਂ ਤੱਕਣੇ ਦਿੰਦੇ। ਆਪਣਾ ਬਿਰਦ ਸੰਭਾਲੇ, ਆਪਣਾ ਤੁਸੀਂ ਬਿਰਦ ਕਹੀਏ ਜਿਹੜਾ ਤੁਹਾਡਾ ਸੁਭਾਵ ਹੈ ਮਹਾਰਾਜ, ਤੁਸੀਂ ਆਪਣਾ ਮੁੱਢ ਕਦੀਮੀ ਸੁਭਾਅ ਸੰਭਾਲਦੇ ਹੋ। ਫਿਰ ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਇਹਦਾ ਜ਼ਿਕਰ ਕਰਦੇ ਹਨ ਮਹਾਰਾਜ, ਫਿਰ ਸਾਡੇ ਜੀਵਨ ਅੰਦਰ ਔਖੀ ਘੜੀ ਕਿਉਂ ਹੈ? ਮਹਾਰਾਜ ਸਾਡੇ ਜੀਵਨ ਅੰਦਰ ਔਖੀ ਘੜੀ ਕਿਉਂ ਹੈ? ਹੁਣ ਇਹਦਾ ਕਾਰਨ ਸਾਧ ਸੰਗਤ ਅਗਲੀਆਂ ਪੰਕਤੀਆਂ ਵਿੱਚ ਆਏਗਾ। ਪਾਤਸ਼ਾਹ ਜੀ ਇਹਦਾ ਵੀ ਜ਼ਿਕਰ ਕਰਦੇ ਹਨ। ਜੇ ਜੀਵਨ ਦੇ ਅੰਦਰ ਕਸ਼ਟ ਹੈ ਉਹਦਾ ਫਿਰ ਕਾਰਨ ਕੀ ਹੈ? ਪਾਤਸ਼ਾਹ ਜੀ ਅਗਲੀਆਂ ਪਾਵਨ ਪਵਿੱਤਰ ਪੰਕਤੀਆਂ ਅੰਦਰ ਕਿਰਪਾਲਤਾ ਕਰਦੇ ਹਨ। ਹਾਥ ਦੇ ਰੱਖੇ ਆਪਣੇ ਕਉ, ਸਾਹਿਬ ਜੀ ਆਪਣੇ ਸੇਵਕ ਜਨ ਨੂੰ ਹੱਥ ਦੇ ਕਰਕੇ, ਹਾਥ ਦੇ ਰੱਖੈ ਆਪਣੇ ਕਉ, ਆਪਣੇ ਕੋ ਕਹੀਏ ਜਿਹੜਾ ਮਾਲਕ ਜੀ ਦਾ ਹੋ ਗਿਆ ਭਾਈ, ਉਹ ਆਪਣੇ ਸੇਵਕ ਜਨਾਂ ਨੂੰ ਹੱਥ ਦੇ ਕਰਕੇ ਰਹਿਮਤ ਕਰਕੇ ਗੁਰਦੇਵ ਜੀ ਉਹਨੂੰ ਬਚਾ ਲੈਂਦੇ ਹਨ ਸੰਸਾਰ ਵਿੱਚ ਡੁੱਬਦੇ ਹੋਏ ਨੂੰ ਔਰ ਜੀਵਨ ਦੇ ਅੰਦਰ ਆਏ ਹੋਏ ਕਸ਼ਟਾਂ ਨੂੰ। ਭਗਤ ਪ੍ਰਹਿਲਾਦ ਜੀ ਦੇ ਜੀਵਨ ਦੀਆਂ ਆਪਾਂ ਜੇ ਉਦਾਹਰਨ ਪ੍ਰਾਰੰਭ ਕੀਤੀ ਹੈ, ਸਾਹਿਬ ਜੀਆਂ ਨੇ ਪਾਵਨ ਬਾਣੀ ਅੰਦਰ ਕਿਰਪਾਲਤਾ ਕੀਤੀ। ਸੰਡਾ ਮਰਕਾ ਜਾਏ ਪੁਕਾਰੈ, ਪੜ੍ਹੈ ਨਹੀਂ ਹਮ ਹੀ ਪਚਹਾਰੇ, RAM ਕਹੇ ਕਰਤਾਲ ਬਜਾਵੈ, ਚਟਿਆ ਸਭੇ ਬਿਗਾਰੇ। ਭਗਤ ਪ੍ਰਹਿਲਾਦ ਜੀ ਦੇ ਜੀਵਨ ਅੰਦਰ ਜੋ ਵਾਪਰਿਆ ਮਹਾਰਾਜ ਜੀਆਂ ਨੇ ਨੂੰ ਸਾਖੀ ਰੂਪ ਦੇ ਅੰਦਰ ਸਾਹਿਬ ਜੀ ਨੇ ਪਾਵਨ ਬਾਣੀ ਅੰਦਰ ਅੰਕਿਤ ਕੀਤਾ ਹੈ। ਸੰਗਤ ਜੀ ਇਹ ਪ੍ਰਾਤਨ ਉਹਨਾਂ ਦੀਆਂ ਉਦਾਹਰਨਾਂ ਜੋ ਮਹਾਰਾਜ ਜੀਆਂ ਦੇ ਜੀਵਨ ਕਾਲ ਅੰਦਰ ਜਾਂ ਜਿਹੜੇ ਪ੍ਰਾਤਨ ਮਹਾਂਪੁਰਖ ਭਗਤ ਹੋਏ ਉਹਨਾਂ ਦੇ ਜੀਵਨ ਦੀ ਘਟਨਾ ਸਾਹਿਬ ਜੀਆਂ ਨੇ ਸਾਂਝੀ ਕਰਦਿਆਂ ਸ਼ਬਦ ਕਹੇ ਕਿ ਭਾਈ ਤਿਨਾਂ ਵੱਲ ਤੱਕਣਾ ਕਰੋ। ਜੇ ਸਤਿਗੁਰੂ ਮਹਾਰਾਜ
ਸਾਧ ਸੰਗਤ ਜੀ ਇਹ ਉਦਾਹਰਨਾਂ ਲੈ ਰਹੇ ਹਨ। ਸਤਿਗੁਰੂ ਮਹਾਰਾਜ ਜੀਆਂ ਨੇ ਵਾਰ-ਵਾਰ ਜਿਹੜੀਆਂ ਉਦਾਹਰਨਾਂ ਲਈਆਂ, ਫਿਰ ਉਹ ਕੋਈ ਕਿਸੇ ਫੋਕੇ ਜੀਵਨ ਦੇ ਵਿੱਚੋਂ ਨਹੀਂ ਹਨ ਉਹ ਉਦਾਹਰਨਾਂ। ਉਹਨਾਂ ਉਦਾਹਰਨਾਂ ਨੂੰ ਲੈ ਕਰਕੇ ਸਤਿਗੁਰੂ ਮਹਾਰਾਜ ਜੀਆਂ ਨੇ ਗੁਰਸਿੱਖ ਦੇ ਜੀਵਨ ਦੀ ਇੱਕ ਪੂਰਨੇ ਪਾ ਦਿੱਤੇ। ਭਾਈ ਚੱਲ ਉਹਨਾਂ ਵੱਲ ਹੀ ਤੂੰ ਵੇਖ ਲੈ, ਜੇ ਨਹੀਂ ਤੇਰੇ ਜੀਵਨ ਅੰਦਰ ਅਜੇ ਧਰਵਾਸ ਵੱਜਦੀ ਤੂੰ ਉਹਨਾਂ ਦੇ ਜੀਵਨ ਵੱਲ ਹੀ ਵੇਖ ਲੈ। ਉਦਾਹਰਣ ਦੇ ਕਰਕੇ, ਫਿਰ ਸਾਖੀ ਦੇ ਕਰਕੇ ਸਤਿਗੁਰੂ ਮਹਾਰਾਜ ਸਾਡੇ ਜੀਵਨ ਅੰਦਰ ਧਰਵਾਸ ਦਿੰਦੇ ਹਨ। ਹਾਥ ਦੇ ਰਾਖੈ ਆਪਣੇ ਕੋ, ਜਿਹੜੇ ਉਸ ਸਾਹਿਬ ਜੀਆਂ ਦੇ ਬਣ ਗਏ ਭਾਈ, ਤਿਨਾਂ ਨੂੰ ਹੱਥ ਦੇ ਕਰਕੇ ਮਹਾਰਾਜ ਰੱਖ ਲੈਂਦੇ ਹਨ। ਸਾਸ ਸਾਸ ਪ੍ਰਤਪਾਲੇ। ਔਰ ਕਦੋਂ ਤੋਂ, ਕਿੰਨਾ ਸਮਾਂ, ਕਿੰਨੀ ਦੂਰ? ਗੁਰਦੇਵ ਜੀ ਕਹਿਣ ਲੱਗੇ ਭਾਈ ਸਾਸ ਸਾਸ ਪ੍ਰਤਪਾਲੇ, ਨਾਲ ਸਵਾਸ ਸਵਾਸ। ਸਤਿਗੁਰੂ ਜੀ ਕੇਵਲ ਇਸ ਮਾਤ ਲੋਕ ਦੇ ਅੰਦਰ ਇੱਥੋਂ ਤੱਕ ਹੀ ਨਹੀਂ, ਗੁਰਦੇਵ ਜੀਆਂ ਨੇ ਤਾਂ ਭਾਈ ਬਾਣੀ ਵਿੱਚ ਇਸ ਤੋਂ ਵੀ ਅੱਗੇ ਦੀ ਗੱਲ ਕੀਤੀ ਹੈ। ਸਰੀਰ ਦੇ ਸਾਥੀ ਬੜੇ ਹਨ, ਸਰੀਰ ਦੇ ਸਾਥੀ ਮਾਤਾ ਪਿਤਾ ਹਨ, ਭੈਣ ਭਾਈ ਸਕੇ ਸੰਬੰਧੀ ਦੋਸਤ ਮਿੱਤਰ ਨਾਤੇ। ਕੋਈ ਬਿਪਤਾ ਪਈ ਫੋਨ ਕੀਤਾ, ਭਾਈ ਇਹ ਹੈ ਕੰਮ, ਕਿਸੇ ਵੀ ਥਾਂ ਕਿਸੇ ਮੁਲਕ ਦੇ ਅੰਦਰ ਕੋਈ ਨਾ ਕੋਈ ਸਹਾਇਤਾ ਵਾਲਾ ਬੌੜ ਗਿਆ। ਤੇ ਸੰਗਤ ਜੀ ਇਸ ਤੋਂ ਅੱਗੇ ਦੀ ਉਦਾਹਰਣ ਮਹਾਰਾਜ ਸੁਖਮਨੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਅੰਦਰ ਬਖਸ਼ਿਸ਼ ਕਰਦੇ ਹਨ। ਕਈ ਵਾਰੀ ਕੋਈ ਬਾਲ ਬੱਚਾ ਕਿਸੇ ਦਾ ਵਿਦੇਸ਼ ਜਾਏ ਤੇ ਵਿਦੇਸ਼ ਦੇ ਅੰਦਰ ਪੁੱਛਿਆ ਭਾਈ ਫਲਾਣੀ ਥਾਂ ਤੇ ਆਪਣਾ ਕਿਹੜਾ ਹੋਵੇਗਾ, ਭਾਈ ਫਲਾਣੀ ਥਾਂ ਤੇ ਤੂੰ ਉਹਦੇ ਕੋਲ ਚਲਾ ਜਾਈਂ, ਉਹ ਤੇਰਾ ਪ੍ਰਬੰਧ ਕਰ ਦੇਵੇਗਾ। ਸਤਿਗੁਰੂ ਜੀ ਕਹਿਣ ਲੱਗੇ ਚਲੋ ਭਾਈ ਇਹ ਤਾਂ ਹੈ ਇੱਕ ਮੁਲਕ ਤੋਂ ਦੂਸਰੇ ਮੁਲਕ ਦੇ ਅੰਦਰ, ਪਰ ਜਿੱਥੇ ਜਿੰਦ ਨੇ ਜਾਣਾ ਹੈ ਉੱਥੇ ਇਹਦੀ ਸਹਾਇਤਾ ਕਿਸ ਨੇ ਕਰਨੀ ਹੈ। ਜਹ ਮਾਤ ਪਿਤਾ, ਪੜੋ ਗੁਰਮੁਖੋ, ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ ਹਾਥ ਦੇ, ਰਾਖੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਕੇਵਲ ਇਸ ਮਾਤ ਲੋਕ ਦੀ ਹੀ ਨਹੀਂ ਬਾਣੀ ਨੇ ਗੱਲ ਕੀਤੀ ਸੰਗਤ ਜੀ, ਮਾਤ ਲੋਕ ਤੋਂ ਅਗਾਂਹ ਦੀ ਸਤਿਗੁਰੂ ਮਹਾਰਾਜ ਬਾਣੀ ਅੰਦਰ ਇਹ ਬਚਨ ਕਹਿੰਦੇ ਹਨ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਉਹ ਮੇਰਿਆ ਮਨਾ, ਪਰਮੇਸ਼ਰ ਜੀ ਦਾ ਨਾਮ ਤੂੰ ਭਜਨ ਬੰਦਗੀ ਕਰ, ਪਰਮੇਸ਼ਰ ਜੀ ਦਾ ਨਾਮ ਉੱਥੇ ਸਹਾਇਤਾ ਕਰੇਗਾ ਜਿੱਥੇ ਹੋਰ ਕੋਈ ਵੀ ਨਹੀਂ ਹੈ। ਸਤਿਗੁਰੂ ਜੀਆਂ ਦੇ ਪਾਵਨ ਪਵਿੱਤਰ ਸ਼ਬਦ ਆਪਾਂ ਪੜ੍ਹਨੇ ਹਾਂ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਗੁਰ ਕਾ ਬਚਨ ਬਸੈ ਜੀ, ਗੁਰ ਕਾ ਬਚਨ ਬਸੈ ਜੀ ਨਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਗੁਰ ਕਾ ਬਚਨ ਬਸੈ। ਜਲ ਨਹੀਂ ਡੁਬੈ ਤਸਕਰ ਨਹੀਂ ਲੇਵੈ, ਜਲ ਨਹੀਂ ਡੁਬੈ ਤਸਕਰ ਨਹੀਂ ਲੇਵੈ, ਜਲ ਨਹੀਂ ਡੁਬੈ। ਪਾਹੇ ਨਾ ਸਾਕੇ ਜਾਲੇ, ਪਾਹੇ ਨਾ ਸਾਕੇ ਜਾਲੇ, ਪਾਹੇ ਨਾ ਸਾਕੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ, ਸਾਸ ਸਾਸ ਪ੍ਰਤਪਾਲੇ। ਉਥੇ ਮਹਾਰਾਜ ਪੰਚਮ ਪਾਤਸ਼ਾਹੀ ਇਹ ਬਖਸ਼ਿਸ਼ ਹੈ ਸਤਿਗੁਰੂ ਜੀ ਦਾ ਪਾਵਨ ਸ਼ਬਦ, ਸਾਸ ਸਾਸ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ। ਲੋਕ ਅੰਦਰ ਵੀ ਪਰਲੋਕ ਅੰਦਰ ਵੀ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ। ਜਿੱਥੇ ਕਿਤੇ ਵੀ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਸ਼ਬਦ ਮੈਨੂੰ ਰੱਖਦਾ ਹੈ। ਭਾਈ ਬਾਹਰ ਦੀ ਉਦਾਹਰਣ ਨਹੀਂ, ਪਾਵਨ ਗੁਰਦੇਵ ਜੀਆਂ ਨੇ ਸ਼ਬਦਾਂ ਦੀ ਬਾਣੀ ਦੀ ਉਦਾਹਰਣ ਦੇ ਕਰਕੇ ਬਖਸ਼ਿਸ਼ ਕੀਤੀ। ਹੇ ਭਾਈ ਐਸੇ ਮਾਲਕ ਜੀ ਨੂੰ ਤੂੰ ਆਰਾਧਨਾ ਕਰ, ਤੂੰ ਚਿੰਤਾ ਨਾ ਕਰ ਕਿਸੇ ਪ੍ਰਕਾਰ ਦੀ ਕਿ ਕੀ ਬਣੇਗਾ।
ਉਹ ਸਾਰੀਆਂ ਚਿੰਤਾ ਝੋਰੇ ਤੂੰ ਲਾ ਕਰਕੇ ਪਰਮੇਸ਼ਰ ਜੀ ਨੂੰ ਆਰਾਧਨਾ ਕਰ, ਗੁਰੂ ਨੂੰ ਤੂੰ ਆਰਾਧ। ਵੇਖ ਉਹ ਮਾਲਕ ਤੈਨੂੰ, ਤੇਰੀ ਸਹਾਇਤਾ ਜ਼ਰੂਰ, ਤੇਰੇ ਜੀਵਨ ਦੀ ਸਹਾਇਤਾ ਤੈਨੂੰ ਕਰੇਗਾ। ਪਾਵਨ ਪਵਿੱਤਰ ਬਾਣੀ ਅੰਦਰ ਭਗਤ ਸਾਹਿਬਾਨ, ਭਗਤ ਧੰਨਾ ਜੀ ਦਾ ਪਾਵਨ ਪਵਿੱਤਰ ਸ਼ਬਦ ਆਪਾਂ ਨੇ ਵਿਚਾਰਨਾ ਕੀਤਾ ਕਈ ਵਾਰੀ, ਜਿੱਥੇ ਉਹਨਾਂ ਨੇ 3-4 ਸੰਸਾਰ ਦੀਆਂ ਉਦਾਹਰਨਾਂ ਦੇ ਕਰਕੇ ਔਰ ਸਾਡੇ ਡੋਲਦੇ ਹੋਏ ਮਨਾਂ ਨੂੰ ਤਰਵਾਸ ਦਿੱਤੀ। ਵੇਖ ਉਸ ਮਾਲਕ ਪਰਮੇਸ਼ਰ ਜੀਆਂ ਦੀ ਕਰਨੀ, ਵੇਖ ਜਿੱਥੇ ਤੈਨੂੰ ਉਸ ਪਰਮੇਸ਼ਰ ਜੀਆਂ ਨੇ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀ ਆਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖ ਹੈ ਐਸਾ, ਖਸਮ ਹਮਾਰਾ ਕੁੰਮੀ ਜਲ ਮੈਂ, ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ। ਤੂੰ ਕਿਉਂ ਡਰ ਰਿਹਾ ਹੈ? ਤੂੰ ਸਾਹਿਬ ਜੀਆਂ ਦੀਆਂ ਬਖਸ਼ੀਆਂ ਉਦਾਹਰਨਾਂ ਵੱਲ ਵੇਖ। ਗੁਰਦੇਵ ਜੀਆਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਭਾਈ ਬਖਸ਼ਿਆ ਹੈ ਉਹਨਾਂ ਦੇ ਜੀਵਨ ਵੱਲ ਤੱਕ। ਸੋਏ ਪਾਵਨ ਪਵਿੱਤਰ ਸ਼ਬਦ ਹਾਥ ਦੇ ਰੱਖੈ ਆਪਣੇ ਕਉ, ਸਾਸ ਸਾਸ ਪ੍ਰਤਪਾਲੇ, ਉਹ ਸਵਾਸ ਸਵਾਸ ਪ੍ਰਤਪਾਲਣਾ ਸੰਭਾਲ ਕਰਦਾ ਹੈ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਰੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਜਿਹੜੀ ਹੈ ਉਦਾਹਰਨ ਪਾਈ ਗਿਆਨੀ ਜੀ, ਫਿਰ ਸਾਡੇ ਜੀਵਨ ਦੇ ਅੰਦਰ ਔਖੀਆਂ ਘੜੀਆਂ ਕਿਉਂ ਹਨ? ਸਾਡੇ ਜੀਵਨ ਦੇ ਅੰਦਰ ਐਸੀ ਤਰਵਾਸ ਕਿਉਂ ਨਹੀਂ ਆਉਂਦੀ? ਉਹਦਾ ਕਾਰਨ ਮਹਾਰਾਜ ਜੀ ਹੁਣ ਦੱਸ ਰਹੇ ਹਨ। ਪੰਚਮ ਪਾਤਸ਼ਾਹ ਕਹਿਣ ਲੱਗੇ, ਮੇਰਾ ਚਿੱਤ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਗੁਰਦੇਵ ਜੀ ਕਹਿਣੇ ਲੱਗੇ, ਮੇਰਾ ਚਿੱਤ ਪ੍ਰਭੂ ਦੇ ਨਾਲ ਲੱਗ ਗਿਆ ਹੈ, ਮੇਰਾ ਚਿੱਤ ਪ੍ਰਭੂ ਦੇ ਨਾਲ ਹੁਣ ਇਕਮਿਕ ਹੋ ਚੁੱਕਾ ਹੈ। ਤੇ ਸਤਿਗੁਰੂ ਜੀਆਂ ਦਾ ਭਾਈ ਇਹ ਸ਼ਬਦ ਤੇ ਗੁਰੂ ਦਾ ਹਿਰਦਾ ਹੈ, ਗੁਰੂ ਕੀ ਪਾਵਨ ਬਾਣੀ। ਗੁਰਦੇਵ ਮਹਾਰਾਜ ਜੀਆਂ ਦਾ ਜੀਵਨ ਹੈ, ਗੁਰੂ ਕੀ ਪਾਵਨ ਬਾਣੀ। ਜਦੋਂ ਪਾਵਨ ਬਾਣੀ ਦੇ ਦਰਸ਼ਨ ਕਰੀਏ ਤੇ ਪੰਚਮ ਪਾਤਸ਼ਾਹ ਜੀਆਂ ਦੇ ਦਰਸ਼ਨ ਹੁੰਦੇ ਹਨ। ਸਤਿਗੁਰੂ ਜੀਆਂ ਦਾ ਜੀਵਨ ਆਪਾਂ ਦੀਦਾਰ ਕਰਨੇ ਹਾਂ। ਇਹ ਮਹਾਰਾਜ ਜੀਆਂ ਦਾ ਅੰਦਰ ਹੈ ਭਾਈ, ਸਤਿਗੁਰੂ ਗੁਰਦੇਵ ਜੀਆਂ ਦਾ ਅੰਦਰ ਪਰਮੇਸ਼ਰ ਦੇ ਨਾਲ ਲੱਗਾ ਹੋਇਆ ਹੈ। ਤੇ ਸੰਗਤ ਜੀ, ਉਦਾਹਰਨ ਸਪਸ਼ਟ ਹੈ, ਕਾਰਨ ਸਪਸ਼ਟ ਹੈ ਕਿ ਸਾਡਾ ਅੰਦਰ ਸੰਸਾਰ ਨਾਲ ਲੱਗਾ ਹੈ। ਦੁੱਖਾਂ ਦਾ ਕਾਰਨ ਹੀ ਇਹ ਹੈ। ਗੁਰਦੇਵ ਜੀ ਆਪ ਜੀਆਂ ਨੂੰ ਪਰਮੇਸ਼ਰ ਦੀ ਸਹਾਇਤਾ ਕਿਸ ਪ੍ਰਕਾਰ ਨਸੀਬ ਹੋਈ? ਮਹਾਰਾਜ ਜੀਆਂ ਦਾ ਅੰਦਰ ਲੱਗਾ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਮਹਾਰਾਜ ਜੀਆਂ ਦਾ ਅੰਦਰ ਲੱਗਾ ਹੈ ਪਰਮੇਸ਼ਰ ਜੀ ਦੇ ਨਾਲ, ਤੇ ਸਾਡਾ ਅੰਦਰ ਲੱਗਾ ਹੈ ਸੰਸਾਰ ਦੇ ਨਾਲ। ਗੁਰਦੇਵ ਜੀ ਪਾਵਨ ਬਾਣੀ ਅੰਦਰ ਜਦੋਂ ਇਹ ਬਚਨ ਕਹਿੰਦੇ ਹਨ, ਸਾਡੀ ਉਦਾਹਰਣ ਦੇ ਕਰਕੇ, ਮਨਮੁਖੀ ਜੀਵਾਂ ਦੀ ਉਦਾਹਰਣ ਦੇ ਕਰਕੇ ਬਾਣੀ ਅੰਦਰ ਗੁਰਦੇਵ ਜੀ ਕਹਿਣ ਲੱਗੇ, ਭਾਈ ਇਹ ਬੰਦਾ ਕਹਿੰਦਾ ਹੈ ਸਭ ਕੁਝ ਆਪਣਾ, ਇੱਕ ਰਾਮ ਪਰਾਇਆ। ਕਹਿੰਦੇ ਸਾਰਾ ਕੁਝ ਵਸਤੂਆਂ ਇਹਨੇ ਆਪਣੀਆਂ ਬਣਾ ਲਈਆਂ, ਪਰ ਇੱਕ ਪਰਾਇਆ ਕੀ ਬਣਾਇਆ ਹੈ? ਪਰਾਇਆ ਰੱਬ ਦਾ ਨਾਮ, ਪਰਮੇਸ਼ਰ ਜੀ ਦਾ ਨਾਮ ਇਹਨੇ ਪਰਾਇਆ ਕੀਤਾ ਹੈ। ਸਭ ਕੁਝ ਆਪਣਾ, ਇੱਕ ਰਾਮ ਪਰਾਇਆ। ਤੇ ਗੁਰਦੇਵ ਜੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਮਹਾਰਾਜ ਕਿਸ ਪ੍ਰਕਾਰ ਲੱਗਾ ਹੈ? ਸਤਿਗੁਰੂ ਜੀ ਦੀ ਪਾਵਨ ਬਾਣੀ ਅੰਦਰ ਭਗਤ ਨਾਮਦੇਵ ਸਾਹਿਬ ਜੀ ਦਾ ਸ਼ਬਦ ਹੈ। ਸੰਗਤ ਜੀ, ਮਨ ਰਾਮ ਨਾਮਾ ਬੇਦੀਅਲੇ, ਜੈਸੇ ਕਨਕ ਕਲਾ ਚਿਤ ਮਾਂਡੀਅਲੇ। ਬੇਦੀਅਲੇ ਕਹੀਏ, ਪਰਮੇਸ਼ਰ ਜੀ ਦੇ ਨਾਮ ਅੰਦਰ ਇਸ ਪ੍ਰਕਾਰ ਇਕਮਿਕ ਹੋ ਜਾਣਾ, ਲੱਗ ਜਾਣਾ। ਲੱਗਣਾ ਕੀ ਹੈ? ਉਹ ਉਦਾਹਰਨ ਬਾਣੀ ਅੰਦਰ ਵੀ ਦਿੱਤੀ ਸਤਿਗੁਰੂ ਜੀਆਂ ਨੇ। ਸ਼ਬਦ ਭਗਤ ਸਾਹਿਬ ਜੀ ਦਾ ਹੈ, ਆਨਿਲੇ ਕਾਗਦ ਕਾਟਿਅਲੇ ਗੁੱਡੀ, ਆਕਾਸ਼ ਮੱਧੇ ਭਰਮੀਅਲੇ। ਲੱਗਣਾ ਕੀ ਹੈ? ਇੱਥੇ ਤਾਂ ਜਦੋਂ ਨਾਮ ਜਪੀਏ ਤਾਂ ਰੱਬ ਦੇ ਨਾਮ ਵਿੱਚ ਚਿੱਤ ਨਹੀਂ ਲੱਗਦਾ। ਕੰਮਾਂ ਕਾਰਾਂ ਵਿੱਚ ਲੱਗਿਆ ਰੱਬ ਦਾ ਨਾਮ ਵਿੱਚ ਚਿੱਤ ਲੱਗ ਜਾਏ, ਉਹ ਅਜੇ ਮੁਸ਼ਕਲ ਘਾਟੀ ਹੈ। ਸੰਗਤ ਵਿੱਚ ਬੈਠੇ ਹਾਂ, ਬਾਣੀ ਪੜ੍ਹ ਰਹੇ ਹਾਂ, ਕੀਰਤਨ ਕਰ ਰਹੇ ਹਾਂ, ਕਥਾ ਕਰ ਰਹੇ ਹਾਂ, ਪਾਠ ਦੀ ਡਿਊਟੀ ਕਰ ਰਹੇ ਹਾਂ, ਸ਼੍ਰੀ ਅਖੰਡ ਪਾਠ ਸਾਹਿਬ ਦੀ ਡਿਊਟੀ ਸੇਵਾ ਨਿਭਾ ਰਹੇ ਹਾਂ, ਸਹਿਜ ਪਾਠ ਕਰ ਰਹੇ ਹਾਂ, ਇਬਾਦਤ ਕਰ ਰਹੇ ਹਾਂ, ਧਿਆਨ ਵਿੱਚ ਜੁੜੇ ਹਾਂ। ਧੰਤਾ ਯੋਗ ਹਨ ਭਾਈ ਜਿਨ੍ਹਾਂ ਦਾ ਚਿੱਤ ਲੱਗ ਗਿਆ ਹੈ। ਪਾਠ ਕਰਨਾ, ਸਰੀਰ ਦੀ ਮੁਦਰਾ ਵੀ ਜ਼ਰੂਰੀ ਹੈ,
ਪਰ ਉਸ ਤੋਂ ਵੀ ਜ਼ਰੂਰੀ ਹੈ ਪਰਮੇਸ਼ਰ ਦੇ ਨਾਮ ਵਿੱਚ ਚਿੱਤ ਦਾ ਲੱਗ ਜਾਣਾ। ਕਥਾ ਕਰਦਿਆਂ, ਸੰਗਤ ਵਿੱਚ ਆਣ ਕਰਕੇ ਬੈਠਿਆਂ, ਸੇਵਾ ਕਰਦਿਆਂ ਭਾਈ ਚਿੱਤ ਨਹੀਂ ਉਸ ਥਾਂ ਤੇ ਲੱਗਾ। ਗੁਰਦੇਵ ਮਹਾਰਾਜ ਜੀਆਂ ਦੀ ਪਾਵਨ ਬਾਣੀ ਦੀ ਉਦਾਹਰਣ ਜਿਵੇਂ ਆਪਾਂ ਬਾਣੀ ਵਿੱਚੋਂ ਪੜ੍ਹਨੇ ਹਾਂ, ਖੱਖਾ ਇਹ ਖੋੜ ਮਨ ਆਵਾ, ਖੋੜੇ ਛਾੜ ਨਾ ਦੈਂ ਦਿਸਤਾਵਾ, ਜਾਂ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਗੁਰਦੇਵ ਮਹਾਰਾਜ ਜੀ ਉਦਾਹਰਨਾਂ ਦਿੰਦੇ ਹਨ ਕਿ ਹੇ ਮੇਰਿਆ ਮਣਾ, ਹਿਰਦੇ ਰੂਪੀ ਘਰ ਦੇ ਅੰਦਰ, ਇਸ ਖੋੜ ਦੇ ਅੰਦਰ ਆ, ਚਿੱਤ ਉਸ ਪਰਮੇਸ਼ਰ ਜੀ ਦੇ ਨਾਲ ਲੱਗ ਜਾਏ। ਚਿੱਤ ਤਾਂ ਬਾਹਰ ਨੱਠਾ ਫਿਰਦਾ, ਚਿੱਤ ਕਿੱਥੇ ਲੱਗਾ। ਉਦਾਹਰਣ ਤਾਂ ਆਪਾਂ ਦੇ ਰਹੇ ਹਾਂ, ਕਹਿ ਰਹੇ ਹਾਂ ਕਿ ਮਹਾਰਾਜ ਤੁਸੀਂ ਆਪਣੇ ਸੇਵਕ ਜਨਾਂ ਦੇ ਕਾਰਜ ਸਵਾਰਦੇ ਹੋ, ਤੇ ਸਤਿਗੁਰੂ ਫਿਰ ਸਾਡੇ ਜੀਵਨ ਦੇ ਕਾਰਜ ਕਿਉਂ ਨਹੀਂ ਰਾਸ ਹੋਏ? ਸੇਵਕ ਆਪਾਂ ਬਣੇ ਨਹੀਂ ਹਾਂ। ਇਹ ਜੇ ਪਾਵਨ ਪਵਿੱਤਰ ਬਚਨ ਪੜ੍ਹਨੇ ਹਨ ਸੰਗਤ ਜੀ, ਮੁਬਾਰਕ ਪਾਵਨ ਬੋਲ ਸਤਿਗੁਰੂ ਜੀਆਂ ਦੇ ਕਿ ਸਤਿਗੁਰ ਤੁਮਰੇ ਕਾਜ ਸਵਾਰੇ। ਪਰ ਉਸ ਤੋਂ ਪਹਿਲੀ ਪੰਕਤੀ, ਥਿਰ ਘਰ ਬੈਸੋ ਹਰ ਜਨ ਪਿਆਰੇ। ਥਿਰ ਘਰ ਵਿੱਚ ਬੈਠੇ ਹੈ ਨਹੀਂ, ਆਤਮਕ ਅਡੋਲਤਾ ਵਿੱਚ ਗਏ ਨਹੀਂ, ਪਰੰਤੂ ਅਗਲੀ ਪੰਕਤੀ ਪੜ੍ਹ ਰਹੇ ਹਾਂ, ਸਤਿਗੁਰ ਤੁਮਰੇ ਕਾਜ ਸਵਾਰੇ, ਥਿਰ ਘਰ ਬੈਸੋ ਹਰ ਜਨ ਪਿਆਰੇ। ਪਹਿਲਾਂ ਹੈ ਪਹਿਲੀ ਪੌੜੀ ਜਾਂ ਪਹਿਲਾ ਪੜਾਅ ਤਾਂ ਇਹ ਹੈ ਨਾ, ਥਿਰ ਘਰ ਬੈਸੋ ਹਰ ਜਨ ਪਿਆਰੇ। ਉਸ ਤੋਂ ਅਗਲੀ ਪੰਕਤੀ ਹੈ, ਸਤਿਗੁਰ ਤੁਮਰੇ ਕਾਜ ਸਵਾਰੇ। ਮਹਾਰਾਜ ਅਸੀਂ ਚਾਹੁੰਦੇ ਹਾਂ ਸਤਿਗੁਰ ਤੁਮਰੇ ਕਾਜ ਸਵਾਰੇ ਪਹਿਲਾਂ ਹੋ ਜਾਏ, ਥਿਰ ਘਰ ਬੈਸੋ ਦੀ ਲੋੜ ਹੀ ਨਾ ਪਵੇ। ਗੱਜ ਕੇ ਆਖੋ ਸਤਿਨਾਮ ਸ਼੍ਰੀ। ਉਦਾਹਰਨਾਂ ਹਨ ਮਹਾਂਪੁਰਖਾਂ ਦੀਆਂ, ਉਦਾਹਰਨਾਂ ਹਨ ਭਗਤ ਸਾਹਿਬਾਨਾਂ ਦੀਆਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿਣੇ ਲੱਗੇ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਤੇ 2-3 ਉਦਾਹਰਨਾਂ ਭਗਤ ਨਾਮਦੇਵ ਸਾਹਿਬ ਜੀ ਨੇ ਦੇ ਕਰਕੇ ਬਾਪੂ ਕਮਾਲ ਉਹਨਾਂ ਨੇ ਸਮਝਾਇਆ। ਉਦਾਹਰਣ ਹੈ ਬਾਣੀ ਦੀ। ਕਹਿਣ ਲੱਗੇ, ਇੱਕ ਬੱਚੇ ਨੇ ਦੁਕਾਨ ਤੇ ਗਿਆ, ਪਤੰਗ ਲਿਆਂਦੀ। ਇੱਧਰ ਹੁਣ ਮਾਝੇ ਵਿੱਚ ਅਜੇ ਵੀ ਪਤੰਗ ਜਾਂ ਗੁੱਡੀ ਸ਼ਬਦ ਕਹਿੰਦੇ, ਭਗਤ ਨਾਮਦੇਵ ਸਾਹਿਬ ਵੀ ਗੁੱਡੀ ਸ਼ਬਦ ਵਰਤਦੇ ਹਨ ਪਤੰਗ ਲਈ। ਆਨੀਲੇ ਕਾਗਜ਼ ਲਿਆਂਦਾ, ਕਾਟੀ ਵਾਲੇ ਗੁੱਡੀ, ਕਾਟੀ ਵਾਲੇ ਗੁੱਡੀ ਉਹਨੂੰ ਆਕਾਰ ਦਿੱਤਾ, ਕੱਟਿਆ, ਉਹਨੂੰ ਪਤੰਗ ਬਣਾਈ। ਆਕਾਸ਼ ਮੱਧੇ ਭਰਮੀ ਵਾਲੇ ਡੋਰੀ ਲਈ ਔਰ ਆਕਾਸ਼ ਦੇ ਵਿੱਚ ਉਹਨੂੰ ਚੜਾ ਦਿੱਤਾ। ਆਕਾਸ਼ ਮੱਧੇ ਭਰਮੀ ਵਾਲੇ ਪੰਚ ਜਨਾ ਸਿਓ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਵਾਲੇ। ਪੰਚ ਜਨਾ ਸਿਓ ਕਹੀਏ, ਇੰਨੇ ਨੂੰ ਉਹਦੇ ਮਿੱਤਰ ਆ ਗਏ, ਦੋਸਤ ਆ ਗਏ। ਦੋਸਤਾਂ ਦੇ ਨਾਲ ਗੱਲ ਵੀ ਕਰੀ ਗਿਆ ਔਰ ਜਿਹੜੀ ਪਤੰਗ ਸੀ ਉਹ ਪਤੰਗ ਵੀ ਹਵਾ ਦੇ ਵਿੱਚ ਉਡਾਈ ਗਿਆ। ਭਗਤ ਨਾਮਦੇਵ ਸਾਹਿਬ ਕਹਿਣ ਲੱਗੇ, ਉਦਾਹਰਨ ਵੇਖੋ ਸਮਝਣ ਵਾਸਤੇ, ਮਹਾਂਪੁਰਖਾਂ ਦੇ ਚਰਨਾਂ ਤੋਂ ਵਾਰਨੇ ਜਾਈਏ, ਬਲਿਹਾਰ ਜਾਈਏ। ਇੱਕ ਨਾਮ ਜਪਣ ਵਾਲੇ ਨੂੰ ਉਦਾਹਰਨ ਦੇ ਰਹੇ ਹਨ ਕਿ ਤੂੰ ਉਦਾਹਰਨ ਲੈ ਇੱਕ ਪਤੰਗ ਉਡਾਉਂਦੇ ਬੱਚੇ ਪਾਸੋਂ। ਨਾਮ ਦੀ ਉਦਾਹਰਨ ਦਿੱਤੀ ਮਹਾਂਪੁਰਖਾਂ ਨੇ ਤੇ ਉਦਾਹਰਨ ਦਿੱਤੀ ਪਤੰਗ ਉਡਾਉਣ ਵਾਲੇ ਦੀ। ਆਨਿਲੇ ਕਾਗਦ ਕਾਟੇਲੇ ਗੁੱਡੀ, ਆਕਾਸ਼ ਮੱਧੇ ਭਰਮੀ ਹਲੇ, ਪੰਚ ਜਨਾ ਸਿਓ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਹਲੇ। ਤੇ ਕਹਿਣ ਲੱਗੇ, ਚਿੱਤ ਜਿਹੜਾ ਹੈ ਉਹਦਾ ਡੋਰੀ ਵੱਲ ਹੈ, ਚਿੱਤ ਉਹਦਾ ਹੈ ਉੱਡਦੀ ਹੋਈ ਪਤੰਗ ਵੱਲ। ਗੱਲਾਂ ਵੀ ਕਰੀ ਗਿਆ ਔਰ ਆਪਣਾ ਜਿਹੜਾ ਧਿਆਨ ਸੀ, ਧਿਆਨ ਉਹਦਾ ਪਤੰਗ ਵੱਲ। ਗੱਲਾਂ ਜਿਹੜਾ ਕੋਈ ਆਇਆ ਦੋਸਤ ਮਿੱਤਰ, ਉਹਦੇ ਨਾਲ ਗੱਲਾਂ ਕੀਤੀਆਂ। ਦੂਸਰੀ ਉਦਾਹਰਨ ਭਗਤ ਨਾਮਦੇਵ ਸਾਹਿਬ ਜੀਆਂ ਨੇ ਦਿੱਤੀ। ਕਹਿੰਦੇ, ਸ਼ਹਿਰ ਤੋਂ ਬਾਹਰ ਇਸਤਰੀਆਂ ਪਾਣੀ ਭਰਨ ਵਾਸਤੇ ਗਈਆਂ। ਹੁਣ ਤਾਂ ਸੰਗਤ ਜੀ ਚਲੋ ਸਾਡੇ ਕੋਲ ਇਹ ਸਾਰੀਆਂ ਸੁੱਖ ਸੁਵਿਧਾ ਸਾਡੇ ਕੋਲ ਹਨ। ਪੰਪ ਦਾ, ਮੋਟਰ ਦਾ ਬਟਨ ਦੱਬਣ ਦੀ ਲੋੜ, ਪਾਣੀ ਵਾਧੂ। ਪੁਰਾਤਨ ਉਦਾਹਰਨ ਭਗਤ ਨਾਮਦੇਵ ਸਾਹਿਬ ਜੀ ਨੇ ਦਿੱਤੀ। ਜਾਂ ਜਿਹੜੀਆਂ ਥਾਵਾਂ ਤੇ ਅੱਜ ਵੀ ਚਲੋ ਇੱਧਰ ਰਾਜਸਥਾਨ ਜਾਂ ਹੋਰ ਕਈ ਥਾਵਾਂ ਤੇ ਵੇਖਿਆ ਪਾਣੀ ਦੀ ਕਿੱਲਤ, ਤੇ ਸ਼ਹਿਰ ਤੋਂ ਬਾਹਰ ਪਾਣੀ ਭਰਨ ਵਾਸਤੇ ਗਈਆਂ। ਘੜੇ ਤੇ ਘੜਾ ਰੱਖ ਕਰਕੇ ਬਾਹਰੋਂ ਖੂਹ ਤੋਂ ਪਾਣੀ ਭਰਨ ਵਾਸਤੇ ਗਈਆਂ। ਵਾਪਸੀ ਆਈਆਂ, ਆਪਸ ਵਿੱਚ ਗੱਲਾਂ ਬਾਤਾਂ ਕਰਦੀਆਂ ਸਹੇਲੀਆਂ ਆਈਆਂ, ਗੱਲਾਂ ਬਾਤਾਂ ਆਪਸ ਵਿੱਚ ਕੀਤੀਆਂ। ਭਗਤ ਨਾਮਦੇਵ ਸਾਹਿਬ ਕਹਿਣ ਲੱਗੇ, ਧਿਆਨ ਉਹਨਾਂ ਦਾ ਕਿੱਥੇ ਹੈ? ਚੀਤ ਸੋ ਗਾਗਰ ਰਾਖੀ ਹਲੇ। ਚਿੱਤ ਕਿੱਥੇ ਹੈ? ਚਿੱਤ ਹੈ ਸਿਰ ਤੇ ਰੱਖੀ ਹੋਈ ਗਾਗਰ ਵੱਲ।
ਚਿੱਤ ਹੈ ਪਾਣੀ ਵੱਲ, ਗੱਲਾਂ ਸੰਸਾਰ ਦੀਆਂ ਕੀਤੀਆਂ ਉਹਨਾਂ ਨੇ। ਹੁਣ ਤੀਸਰੀ ਉਦਾਹਰਣ, ਸੁਨਿਆਰ ਵੀਰ ਦੀ ਦੁਕਾਨ ਤੇ ਕੋਈ ਗਾਹਕ ਗਿਆ, ਜਾਂਦਿਆਂ ਨੂੰ ਸੁਨਿਆਰ ਵੀਰ ਗਹਿਣੇ ਕੱਢ ਰਿਹਾ ਸੀ। ਉਹਨੇ ਜਾਂਦਿਆਂ ਸੋਨੇ ਦਾ ਭਾਅ ਪੁੱਛਿਆ, ਗੱਲਾਂ ਬਾਤਾਂ ਕੀਤੀਆਂ। ਕਹਿੰਦੇ ਉਹਨੇ ਗੱਲਾਂ ਬਾਤਾਂ ਕਰਦਿਆਂ ਕੁਠਾਲੀ ਵਿੱਚ ਪਏ ਹੋਏ ਸੋਨੇ ਨੂੰ ਘੜਦਿਆਂ ਆਕਾਰ ਬਣਾਉਂਦਿਆਂ ਆਏ ਹੋਏ ਗਾਹਕ ਨਾਲ ਗੱਲਾਂ ਵੀ ਕਰੀ ਗਿਆ ਔਰ ਸੋਨਾ ਵੀ ਘੜੀ ਗਿਆ। ਚੌਥੀ ਉਦਾਹਰਣ, ਇੱਕ ਹੋਰ ਉਦਾਹਰਣ ਦਿੱਤੀ ਭਗਤ ਨਾਮਦੇਵ ਸਾਹਿਬ ਜੀ ਨੇ। ਕਹਿੰਦੇ ਮਾਂ ਜਿਸ ਦਾ ਨਿੱਕਾ ਜਿਹਾ ਬਾਲ ਅੰਦਰ ਪੰਘੂੜੇ ਅੰਦਰ ਹੈ ਤੇ ਆਪ ਘਰ ਦੇ ਕੰਮਕਾਰ ਕਰਦੀ ਬਾਹਰ ਅੰਦਰ ਫਟਾਫਟ ਕੰਮ ਨਿਬੇੜ ਰਹੀ ਹੈ, ਪਰੰਤੂ ਉਹਦਾ ਧਿਆਨ ਕਿੱਥੇ ਹੈ? ਧਿਆਨ ਹੈ ਉਹਦਾ ਪੰਘੂੜੇ ਵਿੱਚ ਪਏ ਹੋਏ ਬਾਲ ਦੇ ਵੱਲ। ਕਦੋਂ ਇੱਕੋ ਦਮ ਉੱਠ ਨਾ ਪਵੇ, ਧਿਆਨ ਉਹ ਆਪਣਾ ਉੱਥੇ ਰੱਖਦੀ ਹੈ। ਉਦਾਹਰਨਾਂ ਸੰਸਾਰ ਦੀਆਂ ਮਹਾਰਾਜ ਜੀਆਂ ਨੇ ਦਿੱਤੀਆਂ ਬਾਣੀ ਅੰਦਰ। ਤੇ ਕਹਿਣ ਲੱਗੇ ਇਸ ਪ੍ਰਕਾਰ ਨਾਲ ਨਾਮ ਜਪਣ ਵਾਲੇ ਅਭਿਆਸੀ ਗੁਰਮੁਖ ਪਿਆਰੇ, ਜੇ ਸਿੱਖਣਾ ਹੈ ਕਿਵੇਂ ਰੱਬ ਦਾ ਨਾਮ ਜਪੀਏ, ਕਹਿੰਦੇ ਉਹਨਾਂ ਪਾਸੋਂ ਸਿੱਖ। ਇਹ ਉਦਾਹਰਨਾਂ ਦੇ ਕਰਕੇ ਕਮਾਲ ਹੋ ਗਈ ਜੀ। ਛੋਟੇ ਬੱਚੇ ਤੋਂ ਸਿੱਖਿਆ ਜਾਏ ਨਾਮ ਕਿਵੇਂ ਜਪਣਾ ਹੈ। ਸੁਨਿਆਰ ਵੀਰ ਕੰਮ ਕਰਦਾ, ਜਿਸ ਪ੍ਰਕਾਰ ਉਹਦਾ ਅੰਦਰ ਕੰਮ ਵਿੱਚ ਜੁੜਿਆ ਹੈ, ਮਹਾਰਾਜ ਕਹਿੰਦੇ ਏਦਾਂ ਤੂੰ ਆਪਣੇ ਅੰਦਰ ਨੂੰ ਰੱਬ ਦੇ ਨਾਮ ਨਾਲ ਜੋੜ। ਸੰਸਾਰ ਦੀਆਂ ਉਦਾਹਰਨਾਂ ਨੇ, ਸ਼ਬਦ ਦੇ ਦਰਸ਼ਨ ਆਪ ਜੀਆਂ ਨੇ ਕਰ ਲੈਣੇ। ਆਨਿਲੇ ਕਾਗਦ ਕਾਟਿਲੇ ਗੁੱਡੀ ਆਕਾਸ਼ ਮੱਧੇ ਭਰਮੀ ਅਲੇ, ਪੰਚ ਜਨਾ ਸਿਓ ਬਾਤ ਬਤਉਆ ਚੀਤ ਸੋ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਮੰਦਰ ਏਕ ਦੁਆਰ ਦਸ ਜਾ ਕੇ, ਇੱਕ ਉਦਾਹਰਨ ਰਹਿ ਹੀ ਗਈ। ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਨ ਛਾੜੀ ਅਲੇ, 5 ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਅਲੇ। ਇੱਕ ਉਦਾਹਰਨ ਗਾਂ ਦੀ ਦੇ ਦਿੱਤੀ। ਪੁਰਾਣੇ ਸਮੇਂ ਪਾਲੀ ਗਾਵਾਂ ਨੂੰ ਖੋਲ ਕੇ, ਮਾਲ ਪਸ਼ੂ ਖੋਲ ਕੇ ਬਾਹਰ ਚਰਾਉਣ ਵਾਸਤੇ ਲੈ ਕੇ ਗਏ। ਕਹਿੰਦੇ 5 ਕੋਹ ਤੇ ਗਾਂ ਚਰ ਰਹੀ ਸੀ, ਚਰਦੀ ਹੋਈ ਗਾਂ ਦਾ ਧਿਆਨ ਵੀ ਆਪਣੇ ਵੱਛੇ ਵੱਲ ਹੈ। ਕਮਾਲ ਦੀ ਉਦਾਹਰਨ ਜੀ। 5 ਕੋਸ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਅਲੇ। ਤੇ ਉਦਾਹਰਨ ਰਹਾਉ ਦੀ ਪੰਕਤੀ ਹੈ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਕਨਕ ਕਲਾ ਚਿਤ ਮਾਂਡੀ ਅਲੇ ਦਾ ਅਰਥ ਬਣਿਆ ਸੁਨਿਆਰ ਵੀਰ ਜਿਵੇਂ ਸੋਨਾ ਘੜਦਾ ਹੈ। ਜੈਸੇ ਕਨਕ ਕਲਾ, ਜਿਵੇਂ ਉਹਨਾਂ ਨੇ ਆਪਣਾ ਅੰਦਰ ਸੰਸਾਰ ਦੇ ਅੰਦਰ ਜੋੜਦਿਆਂ, ਕੰਮਕਾਰ ਵਿੱਚ ਜੋੜਦਿਆਂ ਰੱਬ ਨੂੰ ਜਪਿਆ। ਮਹਾਰਾਜ ਜੀ ਇੱਥੇ ਪੰਚਮ ਪਾਤਸ਼ਾਹ ਕਹਿਣ ਲੱਗੇ, ਸੰਗਤ ਜੀ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਮੇਰਾ ਅੰਦਰ ਰੱਬ ਦੇ ਨਾਲ ਲੱਗ ਗਿਆ ਹੈ, ਮੇਰਾ ਅੰਦਰ ਲੱਗਾ ਹੋਇਆ। ਇਹ ਉਦਾਹਰਨ ਕਿਉਂਕਿ ਸ਼ਬਦ ਮਹਾਰਾਜ ਜੀ ਦਾ ਹੈ ਤੇ ਸਾਧ ਸੰਗਤ ਸਤਿਗੁਰੂ ਜੀ ਕਹਿ ਰਹੇ ਹਨ ਮੇਰਾ ਅੰਦਰ ਲੱਗਾ ਹੈ। ਸਤਿਗੁਰੂ ਜੀ ਇੱਥੇ ਤਾਂ ਬਾਣੀ ਪੜ੍ਹਦਿਆਂ ਨਹੀਂ ਲੱਗਦਾ, ਪਾਠ ਪੂਜਾ ਕਰਦਿਆਂ ਨਹੀਂ ਲੱਗਦਾ, ਤੇ ਕਿਵੇਂ ਕਹਿ ਦਈਏ ਵੀ ਅਸੀਂ ਸੰਸਾਰ ਦਾ ਕੰਮ ਕਰਦਿਆਂ ਵੀ ਲਾ ਸਕਨੇ ਹਾਂ। ਇਹਨਾਂ 2 ਉਦਾਹਰਨਾਂ ਹਨ ਸਾਧ ਸੰਗਤ ਜੀ। ਗੁਰਮੁਖ ਪਿਆਰੇ ਨਾਮ ਅਭਿਆਸੀ ਜਦੋਂ ਦੱਸਦੇ ਨੇ ਕਿ ਨਿਤਨੇਮ ਕੀਤਾ ਜਾਏ ਬੈਠ ਕਰਕੇ, ਸੇਵਾ ਸਿਮਰਨ ਹੋਵੇ ਬੈਠ ਕਰਕੇ। ਕਿਉਂ ਗਿਆਨੀ ਜੀ, ਤੁਰਦਿਆਂ ਨਿਤਨੇਮ, ਤੁਰਦਿਆਂ ਫਿਰਦਿਆਂ ਵੀ ਨਿਤਨੇਮ ਅਸੀਂ ਕਰ ਸਕਨੇ ਹਾਂ। ਸਵੇਰ ਵੇਲੇ ਵਾਕਿੰਗ ਕਰਦਿਆਂ ਕਹਿੰਦੇ ਜੀ ਅਸੀਂ ਨਿਤਨੇਮ ਕਰ ਸਕਨੇ ਹਾਂ। ਸਵੇਰ ਦੀ ਸੈਰ ਵੀ ਹੋ ਗਈ ਤੇ ਨਿਤਨੇਮ ਵੀ ਹੋ ਗਿਆ। ਭਾਈ ਧੰਤਾ ਯੋਗ ਨੇ ਜਿਹੜੇ ਕਦਮ ਕਦਮ ਪਰਮੇਸ਼ਰ ਜੀ ਨੂੰ ਅਰਾਧਦੇ ਨੇ। ਧੰਤਾ ਯੋਗ ਹਨ ਜਿਹੜੇ ਭਾਈ ਤੁਰਦਿਆਂ ਫਿਰਦਿਆਂ ਪਰਮੇਸ਼ਰ ਦੀ ਇਬਾਦਤ ਵਿੱਚ ਹਨ। ਪਰ ਸੰਗਤ ਜੀ ਆਰੰਭਤਾ ਉਹਦੀ ਬਹਿਣ ਤੋਂ ਹੈ। ਜੇ ਬੈਠ ਕਰਕੇ ਉਹਦੇ ਨਾਮ ਵਿੱਚ ਚਿੱਤ ਜੁੜ ਜਾਏ, ਫਿਰ ਜਿਹੜੀ ਅਗਲੀ ਪੌੜੀ ਹੈ, ਫਿਰ ਚੱਲਦਿਆਂ ਫਿਰਦਿਆਂ 8 ਪੈਰ ਉਹ ਪਰਮੇਸ਼ਰ ਨੂੰ ਅਰਾਧ ਸਕਦੇ ਹਨ। ਉਹਨਾਂ ਦਾ ਧਿਆਨ ਜੁੜ ਜਾਏਗਾ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਸਤਿਗੁਰੂ ਮਹਾਰਾਜ ਕਹਿਣੇ ਲੱਗੇ ਮੇਰਾ ਚਿੱਤ ਉਸ ਪਰਮੇਸ਼ਰ ਜੀਆਂ ਦੇ ਨਾਲ ਹੁਣ ਭਾਈ ਲੱਗ ਗਿਆ ਹੈ, ਮਿੱਠਾ ਲੱਗਣ ਲੱਗਾ ਹੈ, ਨਾਮ ਵਿੱਚ ਚਿੱਤ ਜੁੜ ਗਿਆ ਹੈ, ਲੱਗ ਗਿਆ ਹੈ ਮੇਰਾ ਚਿੱਤ ਉਸ ਮੇਰੇ ਮਿੱਤਰ ਜੀ ਦੇ ਨਾਲ। ਮੇਰਾ ਚੀਤ ਮੇਰਾ ਚਿੱਤ ਉਸ ਪਰਮੇਸ਼ਰ ਸਾਹਿਬ ਜੀ ਦੇ ਨਾਲ ਲੱਗਾ ਹੈ ਔਰ ਮੈਂ ਹਮੇਸ਼ਾ ਉਸ ਸਾਹਿਬ ਜੀ ਨੂੰ ਸਿਮਰਦਾ ਹਾਂ। ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਧਨ ਹਮਾਰਾ ਮੀਤ, ਮੇਰਾ ਮਿੱਤਰ ਧੰਤਾ ਜੋਗ ਹੈ। ਗੱਜ ਕੇ ਆਖੋ ਸਤਨਾਮ ਸ਼ਿਵਾ। ਮੇਰਾ ਮਿੱਤਰ ਧਨ
ਹਮਾਰਾ ਮੀਤ, ਹਮਾਰਾ ਮੀਤ ਮੇਰਾ ਮਿੱਤਰ। ਕਿਹੜਾ ਪਾਤਸ਼ਾਹ? ਰੱਬ ਕਹਿਣ ਲੱਗੇ ਸਾਡਾ ਮਿੱਤਰ ਹੈ। ਉਹਨੂੰ ਅਸੀਂ ਆਪਣਾ ਮਿੱਤਰ ਬਣਾਇਆ। ਧਨ ਹਮਾਰਾ ਮੀਤ, ਔਰ ਉਹ ਮੀਤ ਆਦ ਅੰਤ ਪ੍ਰਭ ਸਦਾ ਸਹਾਈ। ਉਹ ਸਾਡਾ ਮਿੱਤਰ ਆਦ ਵਿੱਚ ਅੰਤ ਵਿੱਚ ਹਰ ਵਕਤ ਹੀ ਸਹਾਈ ਹੈ। ਮਾਤ ਲੋਕ ਵਿੱਚ ਵੀ, ਇੱਥੇ ਵੀ, ਲੋਕ ਪਰਲੋਕ ਸੰਗ ਸਹਾਈ ਹੈ। ਤੇ ਜਿਹਨੇ ਭਾਈ ਐਸੇ ਨੂੰ ਆਪਣਾ ਮਿੱਤਰ ਬਣਾ ਲਿਆ ਹੋਵੇ, ਸਤਿਗੁਰੂ ਕਹਿਣ ਲੱਗੇ ਭਾਈ ਉਹਨੂੰ ਕਮੀ ਕੋਈ ਨਹੀਂ ਹੈ। ਜਿਹਨੇ ਐਸੇ ਮਾਲਕ ਜੀ ਨੂੰ ਆਪਣਾ ਮਿੱਤਰ ਬਣਾਇਆ ਹੋਵੇ। ਮਿੱਤਰ ਤਾਂ ਅਜੇ ਸੰਸਾਰ ਨੂੰ ਹੀ ਆਪਾਂ ਬਣਾਈ ਫਿਰਨੇ ਹਾਂ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਸ਼ਬਦਾਂ ਵਿੱਚ, ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਪਾਈ। ਕਿਸ ਹੀ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ। ਕਿਸੇ ਨੇ ਕਿਹਾ ਸਾਡਾ ਧੜਾ ਮਿੱਤਰ ਦੇ ਨਾਲ, ਕਿਸੇ ਨੇ ਕੁੜਮਾਚਾਰੀ ਦੇ ਰਿਸ਼ਤੇ ਨੂੰ ਉੱਚਾ ਬਣਾਇਆ। ਹਮਾਰਾ ਧੜਾ ਹਰ ਰਹਾ ਸਮਾਈ। ਮਹਾਰਾਜ ਆਪ ਜੀਆਂ ਨੇ ਕਿਸ ਨੂੰ ਧੜਾ ਬਣਾਇਆ? ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਜੇ ਧੜੇ ਬਾਰੇ ਸੁਣਨਾ ਹੈ, ਭੱਟ ਸਾਹਿਬਾਨਾਂ ਨੇ ਪਾਵਨ ਬਾਣੀ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਧੜੇ ਦੀ ਗੱਲ ਕੀਤੀ। ਧੰਨ ਗੁਰੂ ਰਾਮਦਾਸ ਮਹਾਰਾਜ ਆਪ ਜੀਆਂ ਦਾ ਧੜਾ ਕਿਹੜਾ ਹੈ? ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਇਹ ਹੈ ਪਾਤਸ਼ਾਹ ਜੀ ਦਾ ਧੜਾ। ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਹੁਤੀ ਜੋ ਪਿਆਸ ਪਿਊਸ ਪਵਨ ਕੀ, ਬਾਂਛਤ ਸਿੱਧ ਕੋ ਬਿਦ ਮਿਲਾਇਓ। ਪੂਰਨ ਭਉ ਮਨ ਠੌਰ ਬਸੋ ਰਸ, ਬਾਸਣ ਸੋ ਜੋ ਦਹੰਗ ਦਿਸਤਾਇਓ। ਗੋਬਿੰਦਵਾਲ ਗੋਬਿੰਦਪੁਰੀ ਸਮ, ਜਲਣ ਤੀਰ ਵਿਪਾਸ ਬਨਾਇਓ। ਗਇਓ ਦੁਖ ਦੂਰ ਬਰਖਣ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਕੇ ਗੁਰੂ ਕਹੀਏ ਵੱਡਾ ਸੁਖ ਮਿਲਿਆ ਹੈ। ਗੁਰੂ ਮੁਖ ਦੇਖ ਗੁਰੂ ਜੀਆਂ ਦੇ ਦੀਦਾਰ ਕਰਕੇ ਗੁਰੂ ਕਹੀਏ ਵੱਡਾ ਸੁਖ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਮਿਲਿਆ। ਇਹ ਹੈ ਪਾਤਸ਼ਾਹ ਜੀਆਂ ਦਾ ਧੜਾ। ਤੇ ਪੰਚਮ ਪਾਤਸ਼ਾਹ ਮਹਾਰਾਜ ਜੀਆਂ ਦੀਆਂ ਆਓ ਇਹ ਉਦਾਹਰਨਾਂ ਜਿਹੜੀਆਂ ਸਤਿਗੁਰੂ ਪਾਤਸ਼ਾਹ ਜੀ ਦੇ ਰਹੇ ਹਨ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਪ੍ਰਭ ਸਿਉ ਲਾਗ। ਆਦ ਅੰਤ ਪ੍ਰਭ ਸਦਾ ਸਹਾਈ, ਆਦ ਅੰਤ ਪ੍ਰਭ ਸਦਾ ਸਹਾਈ, ਆਦ ਅੰਤ ਪ੍ਰਭ। ਧਨ ਹਮਾਰਾ ਮੀਤ, ਧਨ ਹਮਾਰਾ ਮੀਤ, ਧਨ ਹਮਾਰਾ। ਮਹਾਰਾਜ ਕਹਿੰਦੇ ਧਨ ਹੈ ਸਾਡਾ ਮਿੱਤਰ। ਸਾਡਾ ਮਿੱਤਰ ਕਿਹੜਾ? ਮਹਾਰਾਜ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਮਿੱਤਰ ਪ੍ਰਭੂ ਬਾਰੇ ਦੱਸਿਆ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕਹੋ ਕਹੋ ਕਾ ਕੀ ਕਮੀਆਂ। ਜਿਹਦਾ ਮਿੱਤਰ ਭਾਈ ਪਰਮੇਸ਼ਰ ਜੀ ਬਣ ਜਾਏ, ਉਹ ਫਿਰ ਆਪਣੇ ਮਿੱਤਰ ਜੀ ਦੇ ਨਾਲ, ਮਿੱਤਰ ਨੂੰ ਤਾਂ ਭਾਈ ਕੁਝ ਦੱਸਣੇ ਦੀ ਵੀ ਲੋੜ ਨਹੀਂ ਹੁੰਦੀ, ਮਿੱਤਰ ਨੂੰ ਦੁੱਖ ਬੋਲ ਕੇ ਦੱਸਣ ਦੀ ਲੋੜ ਨਹੀਂ ਹੁੰਦੀ। ਮਿੱਤਰ ਤਾਂ ਹਾਲਤ ਹੀ ਸਮਝ ਜਾਂਦਾ ਹੈ। ਮਿੱਤਰ ਨੂੰ ਕੋਈ ਜ਼ਰੂਰੀ ਥੋੜਾ ਹੈ ਮਿੱਤਰ ਨੂੰ ਭਾਈ ਦੁੱਖ ਉਹਨੂੰ ਬੋਲ ਕਰਕੇ ਦੱਸਿਆ ਜਾਏ, ਭਾਈ ਮੇਰੇ ਜੀਵਨ ਅੰਦਰ ਇਹ ਦੁੱਖ ਹੈ। ਪੜ੍ਹਨੇ ਹਾਂ ਨਾ ਉਦਾਹਰਨ ਕ੍ਰਿਸ਼ਨ ਜੀ ਦੀ ਦੋਸਤੀ ਸੁਦਾਮਾ ਜੀ ਦੇ ਨਾਲ। ਸੁਦਾਮੇ ਨੇ ਕਿਹੜਾ ਬੋਲ ਕੇ ਦੁੱਖ ਦੱਸਿਆ ਹੈ? ਉਹਦੇ ਕੱਪੜੇ ਲੀੜੇ ਵੇਖ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਸਮਝ ਗਏ ਵੀ ਖੈਰੀਅਤ ਨਹੀਂ ਹੈ ਇਹਦੇ ਘਰ ਦੇ ਅੰਦਰ, ਸੋਹਣਾ ਗੁਜ਼ਾਰਾ ਨਹੀਂ ਹੋ ਰਿਹਾ। ਬਿਨਾਂ ਬੋਲਿਆ ਉਹਦੀਆਂ ਝੋਲੀਆਂ ਭਰ ਦਿੱਤੀਆਂ। ਭਗਤ ਭਾਈ ਗੁਰਦਾਸ ਸਾਹਿਬ ਜੀਆਂ ਨੇ ਜਦੋਂ ਫਿਰ ਉਦਾਹਰਨ ਦਿੱਤੀ, ਬਿਪ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ। ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਲਿੱਦਰ ਗਵਾਏ। ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ। ਬਹੁਤਾ ਨਗਰ ਦੁਆਰ ਕਾ ਸਿੰਘ ਦੁਆਰ ਖਲੋਤਾ ਜਾਏ। ਤੇ ਫਿਰ ਮਿੱਤਰ ਨੇ ਜਦੋਂ ਦਿਲੋਂ ਕਿਸੇ ਨੂੰ ਮਿੱਤਰ ਬਣਾਇਆ ਹੋਵੇ, ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਣ ਹਰ ਜੀ ਆਏ। ਫਿਰ ਹਰ ਜੀ ਉੱਠ ਕੇ ਆਏ ਭਾਈ, ਕਿਉਂ? ਮਿੱਤਰ ਉਹਨੇ ਬਣਾਇਆ। ਉਹਨੇ ਕਿਹਾ ਹੀ ਨਹੀਂ ਮਹਾਰਾਜ ਮੈਂ ਸੱਜੇ ਖੱਬੇ ਵੇਖਿਆ ਹੀ ਨਹੀਂ। ਇੱਥੇ ਤਾਂ ਮਿੱਤਰ ਹੀ ਬੜੇ ਹਨ। ਮਿੱਤਰ ਨੂੰ ਹੋਰ ਮਿੱਤਰ ਤੱਕ ਜਾਣ ਤੋਂ ਪਹਿਲਾਂ ਹੋਰ ਸੰਸਾਰ ਦਿਓ। ਫਿਰ ਕਹਿੰਦਾ ਚੰਗਾ ਭਾਈ ਤੂੰ ਹੋਰ ਮਿੱਤਰਾਂ ਦੀ ਆਸਰਾ ਵੇਖ ਲੈ। ਸੁਦਾਮੇ ਨੇ ਹੋਰ ਮਿੱਤਰ ਤਾਂ ਨਹੀਂ ਨਾ ਸੱਜੇ ਖੱਬੇ ਵੇਖੇ, ਉਹ ਸਿੱਧਾ ਆਪਣੇ ਮਿੱਤਰ ਕੋਲ ਹੀ ਗਿਆ।
ਨਹੀਂ ਬੋਲ ਕੇ ਦੁੱਖ ਦੱਸਿਆ ਉਹਨੇ, ਪਰੰਤੂ ਰੱਖਣ ਵਾਲੇ ਫਿਰ ਵੀ ਉਹਨੂੰ ਰੱਖ ਲਿਆ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਜਿਨ੍ਹੇ ਭਾਈ ਆਪਣਾ ਮਿੱਤਰ ਬਣਾਇਆ, ਭਾਈ ਲਾਲੋ ਜੀ, ਐਮਣਾਬਾਦ ਦੀ ਧਰਤੀ ਤੇ ਕਿੰਨੇ ਪਾਤਸ਼ਾਹ ਜੀਆਂ ਦੇ ਧਨਾੜ ਸਿੱਖ ਨੇ, ਭਾਈ ਮਨਸੁਖ ਜੀ, ਰਾਜਾ ਸ਼ਿਵਨਾਭ, ਕਿੰਨੇ ਕਿੰਨੇ ਸਤਿਗੁਰੂ ਮਹਾਰਾਜ ਜੀਆਂ ਦੇ ਉਸ ਵਕਤ ਸੇਵਕ ਨੇ, ਪਰ ਭਾਈ ਲਾਲੋ ਜੀ ਦਾ ਨਾਮ ਬਾਣੀ ਵਿੱਚ ਸਤਿਗੁਰੂ ਜੀਆਂ ਨੇ 7 ਵਾਰੀ ਅੰਕਿਤ ਕਰਕੇ ਹਮੇਸ਼ਾ ਹਮੇਸ਼ਾ ਵਾਸਤੇ ਭਾਈ ਲਾਲੋ ਜੀ ਨੂੰ ਅਮਰ ਕਰ ਦਿੱਤਾ। ਜਦੋਂ ਆਪਾਂ ਪਾਵਨ ਬਾਣੀ ਵਿੱਚੋਂ ਪੜ੍ਹਨੇ ਆ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਭਾਈ ਲਾਲੋ ਜੀ। ਕੈਸੇ ਮਹਾਰਾਜ ਜੀਆਂ ਦੀ ਭਾਈ ਮਿੱਤਰਤਾ, ਜਿਨ੍ਹਾਂ ਨੇ ਮਿੱਤਰਤਾ ਹੀ ਪਰਮੇਸ਼ਰ ਸਾਹਿਬ ਨੂੰ ਬਣਾਈ, ਆਪਣਾ ਜੀਵਨ ਦਾ ਹਰ ਇੱਕ ਦੁੱਖ ਹਰ ਇੱਕ ਸੁੱਖ। ਤੇ ਸਤਿਗੁਰੂ ਜੀ ਕਹਿਣ ਲੱਗੇ, ਐਸਾ ਹੈ ਸੰਗਤ ਜੀ ਸਾਡਾ ਮੀਤ, ਧਨ ਹਮਾਰਾ ਮੀਤ, ਸਾਡਾ ਮੀਤ, ਸਾਡਾ ਮਿੱਤਰ ਐਸਾ ਹੈ ਜਿਹੜਾ ਭਾਈ ਸਾਡੀ ਬਾਂਹ ਫੜਨ ਵਾਲਾ ਹੈ, ਸਾਨੂੰ ਡੋਲਣ ਨਹੀਂ ਦਿੰਦਾ। ਗੁਰਦੇਵ ਮਹਾਰਾਜ ਜੀ ਵੀ ਮਿੱਤਰ ਕਹਿੰਦੇ ਹਨ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਇਹ ਹੁਣ ਪੰਚਮ ਪਾਤਸ਼ਾਹ ਮਹਾਰਾਜ ਗੁਰੂ ਰੂਪ ਦੇ ਅੰਦਰ ਸਿੱਖ ਨੂੰ ਕਹਿ ਰਹੇ ਨੇ ਵੀ ਸੇਵਕ ਨੂੰ, ਮੈਂ ਤੈਨੂੰ, ਤੂੰ ਮੇਰਾ ਮਿੱਤਰ ਹੈ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਤੂੰ ਮੇਰਾ ਮਿੱਤਰ ਹੈ, ਤੂੰ ਮੇਰੀ ਗੱਲ ਬੇਨਤੀ ਕਿਉਂ ਨਹੀਂ ਸੁਣਦਾ? ਗੱਜ ਕੇ ਆਖੋ ਸਤਨਾਮ ਸ਼੍ਰੀ। ਜਦੋਂ ਗੁਰੂ ਤਾਂ ਸਤਿਗੁਰੂ ਸੰਗਤ ਜੀ ਹੁਕਮ ਕਰਦਾ ਹੈ, ਗੁਰੂ ਤਾਂ ਹਮੇਸ਼ਾ ਵੱਡਾ ਹੈ, ਸਤਿਗੁਰੂ ਜੀ ਤਾਂ ਹੁਕਮ ਕਰਦੇ ਹਨ, ਸੱਜਣਾ ਤੂੰ ਆ ਨਹੀਂ ਆ ਕਰ। ਸਤਿਗੁਰੂ ਮਹਾਰਾਜ ਜੀਆਂ ਦਾ ਤਾਂ ਸਿੱਖ ਹੁਕਮ ਮੰਨਦਾ ਹੈ, ਮਹਾਰਾਜ ਅਸੀਂ ਆਪ ਜੀਆਂ ਦੇ ਦਰ ਘਰ ਦੇ ਗੁਲਾਮ ਹਾਂ, ਤੁਸੀਂ ਸਾਨੂੰ ਹੁਕਮ ਕਰੋ। ਮਹਾਰਾਜ ਕਹਿੰਦੇ ਹੁਕਮ ਤਾਂ ਤੂੰ ਮੰਨਦਾ ਨਹੀਂ, ਮੈਂ ਤੈਨੂੰ ਬੇਨਤੀ ਕਰਕੇ ਵੇਖ ਲਵਾਂ, ਜੇ ਤੂੰ ਕਿਤੇ ਬੇਨਤੀ ਮੰਨ ਲਵੇ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਭਾਈ ਇਹ ਤੇਰੀ ਵੇਲਾ ਹੈ, ਤੇਰੇ ਕੋਲ ਵਾਰੀ ਹੈ, ਸਮਾਂ ਹੈ ਪਰਮੇਸ਼ਰ ਜੀ ਦੀ ਇਬਾਦਤ ਦਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚੱਲੋ ਹਰ ਲਾਹਾ ਆਗਾ, ਬਸਨ ਸੁਹੇਲਾ। ਤੇਰਾ ਅੱਗਾ ਵਸਣਾ ਸੌਖਾ ਹੋ ਜਾਏਗਾ। ਉਹ ਪਾਵਨ ਸ਼ਬਦ ਵਿੱਚ ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ, ਸਾਡਾ ਮਿੱਤਰ ਧੰਤਾ ਜੋਗ ਹੈ, ਜਿਨ੍ਹੇ ਸਾਡੀ ਬਾਂਹ ਫੜੀ ਹੈ। ਰਹਾਉ ਵਿਸ਼ਰਾਮ ਦੇ ਕਰਕੇ ਪੰਕਤੀਆਂ ਰਹਾਉ ਦੀਆਂ ਹਨ ਸੰਗਤ ਜੀ। ਹੁਣ ਇਹਨਾਂ ਬਚਨਾਂ ਨੂੰ ਪੜ੍ਹ ਕਰਕੇ ਸਰਵਣ ਕਰਕੇ ਜਿਹਨ ਵਿੱਚ ਇਹ ਬਾਤ ਸਾਡੇ ਆ ਜਾਏ ਕਿ ਫਿਰ ਸਾਡੇ ਜੀਵਨ ਵਿੱਚ ਔਖੀ ਘੜੀ ਕਿਉਂ ਹੈ, ਜਿਨ੍ਹਾਂ ਦੀ ਉਦਾਹਰਨ, ਕਿਉਂਕਿ ਪਹਿਲੀਆਂ ਪੰਕਤੀਆਂ ਆਪਾਂ ਪੜ੍ਹ ਰਹੇ ਹਾਂ, ਔਖੀ ਘੜੀ ਨਾ ਦੇਖਣ ਦੇਈ, ਪਰ ਰਹਾਉ ਦੀ ਪੰਕਤੀ ਨਹੀਂ ਪੜ੍ਹੀ ਵੀ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ। ਜਿਨ੍ਹਾਂ ਦਾ ਚਿੱਤ ਪਰਮੇਸ਼ਰ ਨਾਲ ਜੁੜਿਆ, ਉਹਨਾਂ ਦਾ ਜੀਵਨ ਹੈ ਔਖੀ ਘੜੀ ਨਾ ਦੇਖਣ ਦੇਈ, ਉਹਨਾਂ ਦਾ ਜੀਵਨ ਹੈ ਜਿਨ੍ਹਾਂ ਦਾ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਉਹਨਾਂ ਦੇ ਜੀਵਨ ਦੀ ਉਦਾਹਰਨ ਪਾਤਸ਼ਾਹ ਜੀਆਂ ਨੇ, ਜਾਂ ਫਿਰ ਕਹਿ ਲਈਏ ਉਹਨਾਂ ਦਾ ਪਾਵਨ ਪਵਿੱਤਰ ਜੀਵਨ ਹੈ, ਔਖੀ ਘੜੀ ਨਾ ਦੇਖਣ ਦੇਈ। ਤੇ ਰੱਬ ਤੋਂ ਟੁੱਟਿਆ ਤਾਂ ਭਾਈ ਹਰ ਇੱਕ ਸਾਰਾ ਕੁਝ ਔਖਾ ਹੀ ਔਖਾ ਹੈ। ਪਰਮੇਸ਼ਰ ਸਾਹਿਬ ਤੋਂ ਟੁੱਟਿਆ ਮਹਾਰਾਜ ਕਹਿੰਦੇ ਹਰ ਸਮਾਂ ਤੇਰੇ ਲਈ ਮੁਸ਼ਕਲ ਹੀ ਮੁਸ਼ਕਲ ਹੈ। ਆਓ ਇੱਕ ਪੰਕਤੀ ਪੜ੍ਹ ਲਈਏ। ਪਰਮੇਸ਼ਰ ਤੇ ਭੁੱਲਿਆ, ਪਰਮੇਸ਼ਰ ਤੇ ਭੁੱਲਿਆ, ਪਰਮੇਸ਼ਰ ਤੇ ਵਿਆਪਣ ਸਭੇ ਰੋਗ, ਵਿਆਪਣ ਸਭੇ ਰੋਗ, ਵਿਆਪਣ ਸਭੇ, ਵਿੱਚ ਨਾ ਕੋਈ ਕਰ ਸਕੈ, ਵਿੱਚ ਨਾ ਕੋਈ ਕਰ ਸਕੈ, ਵਿੱਚ ਨਾ ਕੋਈ, ਕਿਸ ਥੈਂ ਰੋਵੈ ਰੋਜ਼, ਕਿਸ ਥੈਂ ਰੋਵੈ ਰੋਜ਼, ਕਿਸ ਥੈਂ ਰੋਵੈ। ਹੁਣ ਕਹਿੰਦੇ ਰੋਜ਼ ਹੀ ਭਾਵੇਂ ਰੋਈ ਜਾ, ਹੁਣ ਉੱਥੇ ਕੌਣ ਤੇਰਾ ਸਹਾਇਤਾ ਕਰੇ? ਵਿੱਚ ਨਾ ਕੋਈ ਕਰ ਸਕਾ, ਪਰਮੇਸ਼ਰ ਤੋਂ ਬਿਨਾ ਹੁਣ ਕੋਈ ਵਿਚੋਲਾ ਵੀ ਨਹੀਂ ਬਣ ਸਕਦਾ। ਕਿਸ ਥੈਂ ਰੋਵੈ ਰੋਜ਼, ਭਾਵੇਂ ਕਿਸੇ ਥਾਂ ਤੇ ਲਗਾ ਜਾ। ਥੈ ਦਾ ਅਰਥ ਭਾਵੇਂ ਕਿਸੇ ਥਾਂ ਤੇ ਜਾ ਕੇ ਹੁਣ ਪੁਕਾਰਾਂ ਕਰ, ਉਹਦੇ ਤੋਂ ਬਿਨਾ ਹੁਣ ਹੋਰ ਕੋਈ ਨਹੀਂ।
ਇਹ ਦੁੱਖਾਂ ਦਾ ਕਾਰਨ, ਰੋਗ ਦਾ ਕਾਰਨ ਮਹਾਰਾਜ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਹੈ। ਤੇ ਜੇ ਪਰਮੇਸ਼ਰ ਨਾਲ ਜੁੜਿਆ ਭਾਈ, ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਫਿਰ ਉਹਨਾਂ ਵਾਸਤੇ ਔਖੀ ਘੜੀ ਨਾ ਦੇਖਣ ਦੇਈ ਹੈ। ਦੂਜਿਆਂ ਵਾਸਤੇ ਤਾਂ ਭਾਈ ਪਲ ਪਲ ਦੇ ਅੰਦਰ ਹੀ ਉਹਦੇ ਵਾਸਤੇ ਹਰ ਇੱਕ ਪੈਰ ਤੇ ਹੀ ਔਖੀਆਂ ਘੜੀਆਂ ਹਨ। ਉਹ ਤਾਂ ਜਦੋਂ ਪਰਮੇਸ਼ਰ ਜੀ ਤੇ ਨਾਮ ਤੋਂ ਬਿਨਾਂ ਟੁੱਟ ਕਰਕੇ ਜੀਵਨ ਅੰਦਰ ਹਰ ਇੱਕ ਸਾਧ ਸੰਗਤ ਜੀ ਘੜੀ, ਹਰ ਇੱਕ ਸਮਾਂ ਭਾਈ ਬਿਪਤਾ ਵਾਲਾ ਹੈ। ਗੁਰਦੇਵ ਜੀ ਰਹਾਉ ਵਾਲੀ ਪੰਕਤੀ ਵਿੱਚ ਰਹਿਮਤ ਕਰ ਰਹੇ ਹਨ। ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਬੜਾਈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਚਰਜ ਦੇਖ ਬੜਾਈ, ਮਨ ਬਿਲਾਸ ਭਏ ਸਾਹਿਬ ਕੇ। ਕੀ ਉਹਦੀਆਂ ਵਡਿਆਈਆਂ ਵੇਖੀਆਂ, ਉਹਦੀਆਂ ਵਡਿਆਈਆਂ ਇਹ ਵੇਖੀਆਂ ਸੰਗਤ ਜੀ। ਸੰਸਾਰ ਤਾਂ ਕਹਿੰਦਾ ਸੀ 2 ਦੂਣੀ 4 ਹੈ, ਉਹਦੀ ਵਡਿਆਈ ਕਹਿੰਦੀ ਸੀ ਵੀ 2 ਦੂਣੀ 5 ਵੀ ਹੋ ਜਾਂਦਾ ਹੈ। ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਬੜਾਈ। ਸੰਸਾਰ ਤਾਂ ਕਹਿ ਰਿਹਾ ਸੀ ਭਾਈ ਨੇਮ ਹੈ, ਨੇਮ ਦੇ ਅੰਦਰ ਚੱਲਦਾ ਹੈ ਸਾਰਾ। ਉਹ ਕਹਿੰਦਾ ਨਹੀਂ, ਜਿੱਦਣ ਭਗਤਾਂ ਨੂੰ ਰੱਖਣ ਤੇ ਆਏ ਨੇਮ ਵੀ ਤੋੜ ਦਿੰਦਾ ਹੈ। ਜਿੱਦਣ ਭਗਤਾਂ ਦੀ ਗੱਲ ਆਏ ਨੇਮ ਵੀ ਤੋੜ ਕੇ ਭਗਤਾਂ ਨੂੰ ਰੱਖ ਲੈਂਦਾ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਉਦਾਹਰਣ ਭਗਤ ਸਾਹਿਬ ਜੀਆਂ ਨੇ ਦਿੱਤੀ। ਜਦੋਂ ਸੰਡਾ ਮਰਕਾ ਜਾਏ ਪੁਕਾਰੈ, ਪੜ੍ਹੇ ਨਹੀਂ ਹਮ ਹੀ ਪਚਹਾਰੇ। ਰਾਮ ਕਹੇ ਕਰਤਾਲ ਬਜਾਵੈ, ਚਟਿਆ ਸਭੇ ਬਿਗਾਰੇ। ਰਾਮ ਨਾਮਾ ਜਪਬੋ, ਕਰਾ ਹਿਰਦੇ ਹਰ ਜੀ ਕੋ ਸਿਮਰਨ ਤਰੈ। ਬਸਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਣੀ। ਪੂਤ ਪ੍ਰਹਿਲਾਦ ਕਇਆ ਨਹੀਂ ਮਾਨੈ, ਤਿਨ ਤੋ ਔਰਾ ਠਾਨੀ। ਦੁਸ਼ਟ ਸਭਾ ਮਿਲ ਮੰਤਰ ਪਾਇਆ, ਕਰਸੈ ਔਦ ਕਨੇਰੀ। ਅਗਲੀ ਪੰਕਤੀ ਹੈ, ਗੇਰ ਤਾਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਰਾਜਾ ਰਾਮ ਮਾਇਆ ਫੇਰੀ, ਉਹ ਸੁਭਾਵ ਵੀ ਬਦਲ ਦਿੰਦਾ ਹੈ। ਅੱਗ ਦਾ ਸੁਭਾਵ ਸਾੜਨਾ ਹੈ, ਪਰ ਜਿੱਦਣ ਭਗਤਾਂ ਨੂੰ ਰੱਖਣ ਤੇ ਆਇਆ ਅੱਗ ਦਾ ਸੁਭਾਵ ਉਹਨੂੰ ਬਦਲਣਾ ਪਿਆ। ਪਾਣੀ ਦਾ ਸੁਭਾਅ ਭਾਰੀ ਚੀਜ਼ ਆਈ, ਡੋਬ ਦੇਗੀ, ਮਾਰ ਦੇਵੇਗੀ, ਪਰ ਜਿੱਦਣ ਭਗਤਾਂ ਨੂੰ ਰੱਖਣ ਦੀ ਗੱਲ ਆਈ ਪਾਣੀ ਨੂੰ ਆਪਣਾ ਸੁਭਾਅ ਚੇਂਜ ਕਰਨਾ ਪਿਆ। ਮਹਾਰਾਜ ਕਹਿੰਦੇ ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਵਡਾਈ। ਉਹਦੇ ਜਦੋਂ ਵਡਿਆਈਆਂ ਵੇਖੀਆਂ ਨਾ, ਵੀ ਖੇਡਾਂ ਵੇਖੀਆਂ, ਮਨ ਦੇ ਅੰਦਰ ਅਚਰਜਤਾਈ ਆਈ। ਉਹਦੇ ਕੌਤਕ ਵੇਖ ਵੇਖ ਕੇ, ਉਹਦੇ ਰੰਗ ਵੇਖ ਵੇਖ ਕੇ, ਉਹਦੀਆਂ ਖੇਡਾਂ ਵੇਖ ਵੇਖ ਕਰਕੇ ਮਨ ਦੇ ਅੰਦਰ ਆਨੰਦਤਾਈ ਆਈ ਹੈ। ਮਨ ਬਿਲਾਸ, ਮਨ ਵਿੱਚ ਖੇੜਾ ਆਇਆ ਉਹਦੀਆਂ ਖੇਡਾਂ ਤੱਕ ਤੱਕ ਕੇ, ਉਹਦੇ ਰੰਗ ਕੌਤਕ ਵੇਖ ਕੇ ਵੀ ਹੈ ਪਰਮੇਸ਼ਰ ਇਦਾਂ ਵੀ ਕਰ ਦਿੰਦਾ ਹੈ, ਰੱਬ ਜੀ ਇਦਾਂ ਵੀ ਕਰਦਾ ਹੈ, ਇਹ ਵੀ ਵਾਪਰ ਜਾਂਦਾ ਹੈ। ਕੋਈ ਸੱਜਣ ਸਤਿਕਾਰਯੋਗ ਕਲਗੀਧਰ ਮਹਾਰਾਜ ਜੀਆਂ ਦੇ ਤੇ ਭਾਈ ਬਚਿੱਤਰ ਸਿੰਘ ਜੀਆਂ ਦੇ ਜੀਵਨ ਦੀ ਸਾਖੀ ਚੱਲ ਰਹੀ ਸੀ। ਸਾਖੀ ਵਿੱਚ ਜਦੋਂ ਉਹਨਾਂ ਨੇ ਪ੍ਰਸੰਗ ਸਰਵਣ ਕਰਵਾਇਆ ਕਿ ਭਾਈ ਬਚਿੱਤਰ ਸਿੰਘ ਨੇ ਮਸਤ ਹਾਥੀ ਦਾ ਮੁਕਾਬਲਾ ਨਾਗਣੀ ਦੇ ਨਾਲ ਕੱਲਿਆਂ ਨੇ ਕੀਤਾ। ਦੂਜੇ ਨੇ ਕਿਹਾ ਇਹ ਕਿਵੇਂ ਹੋ ਗਿਆ, ਬੰਦਾ ਕਿਵੇਂ ਕਰ ਸਕਦਾ ਹੈ? ਉਹਨੇ ਕਿਹਾ ਮੈਂ ਤੇਰੇ ਜੀਵਨ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਂ ਭਾਈ ਬਚਿੱਤਰ ਸਿੰਘ ਦੇ ਜੀਵਨ ਦੀ ਗੱਲ ਕਰ ਰਿਹਾ ਹਾਂ। ਮੈਂ ਤਾਂ ਕਲਗੀਧਰ ਮਹਾਰਾਜ ਜੀਆਂ ਦੀ ਬਖਸ਼ਿਸ਼ ਦੀ ਗੱਲ ਕਰ ਰਿਹਾ ਹਾਂ। ਜਦੋਂ ਕੋਈ ਘਟਨਾ ਜਾਂ ਉਹਨਾਂ ਦੇ ਜੀਵਨ ਨੂੰ ਆਪਾਂ ਆਪਣੇ ਜੀਵਨ ਨਾਲ ਘਟਾ ਕੇ ਗੁਰਬਾਣੀ ਦੇ ਅਰਥ ਕਰਾਂਗੇ ਭਾਈ, ਕਿਵੇਂ ਅਰਥ ਹੋਣਗੇ? ਜਦੋਂ ਸਤਿਗੁਰੂ ਮਹਾਰਾਜ ਜੀ ਦੀਆਂ ਬੇਅੰਤ ਕੌਤਕਾਂ ਨੂੰ ਸਤਿਗੁਰੂ ਮਹਾਰਾਜ ਜੀਆਂ ਦੇ ਰੂਪ ਦੇ ਅੰਦਰ, ਉਸ ਰੂਪ ਵਿੱਚ ਕਰਾਂਗੇ, ਗੁਰ ਪਰਮੇਸ਼ਰ ਦੇ ਰੂਪ ਅੰਦਰ, ਫਿਰ ਅਰਥ ਹੋਣਗੇ। ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਵਡਾਈ। ਉਹਦੇ ਅਚਰਜ ਕੌਤਕ ਤੱਕ ਕੇ ਮਨ ਦੇ ਅੰਦਰ ਬਿਲਾਸ ਕਹੀਏ ਭਾਈ ਖੇੜਾ ਆਇਆ ਹੈ। ਰੱਖਣ ਵਾਲਾ ਇਤਨਾ ਬੇਅੰਤ। ਸਤਿਗੁਰੂ ਜੀਆਂ ਦੇ ਜੇ ਸ਼ਬਦ ਦਰਸ਼ਨ ਕਰਨੇ ਹੋਵਣ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਇੱਕ ਪਾਵਨ ਬਚਨ ਹੈ ਗੌੜੀ ਰਾਗ ਦਾ, ਗੌੜੀ ਮਹੱਲਾ ਪਹਿਲਾ। ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ। ਉਹਦੇ ਕੌਤਕ ਵੇਖਣੇ ਹੋਵਣ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਰਹਿਮਤ ਕੀਤੀ। ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ। ਅੰਧਲੇ ਦਹੈਂਸਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਪਿਆ। ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੇ ਪੂਰ ਰਹਾ ਲਿਵਲਾਏ। ਕਿਆ ਜੀ ਭਗਵਾਨ ਸ਼੍ਰੀ ਰਾਮਚੰਦਰ ਨੇ ਕਹਿੰਦੇ ਰਾਵਣ ਨੂੰ ਮਾਰਿਆ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਫਿਰ ਕੀ ਹੋਇਆ? ਕਹਿੰਦੇ ਰਾਵਣ ਨੂੰ ਮਾਰ ਕੇ
ਉਹ ਰਾਮ ਪਰਮੇਸ਼ਰ ਸਵਰੂਪ ਹੋ ਜਾਏ। ਫਿਰ ਕਹਿਣ ਲੱਗੇ ਫਿਰ ਕੀ ਹੋਇਆ, ਕਿਆ ਵੱਡਾ ਭਇਆ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਕਿਆ ਵੱਡਾ, ਰਾਵਣ ਮਾਰ ਕਿਆ ਵੱਡਾ ਭਇਆ, ਫਿਰ ਕੀ ਹੋਇਆ। ਕਹਿੰਦੇ ਤੁਸੀਂ ਉਸ ਦਸ਼ਰਥ ਪੁੱਤਰ ਭਗਵਾਨ ਸ਼੍ਰੀ ਰਾਮਚੰਦਰ ਨੂੰ ਭਗਵਾਨ ਰਾਮ ਪਰਮੇਸ਼ਰ ਦੇ ਨਾਲ ਤੁਸੀਂ ਤਸ਼ਬੀਹ ਦੇ ਰਹੇ ਹੋ, ਤੁਲਨਾ ਦੇ ਰਹੇ ਹੋ। ਕਹਿੰਦੇ ਉਹਦੀ ਤੁਲਨਾ ਨਾਲ ਕਿਵੇਂ ਤੁਸੀਂ ਤੁਲਨਾ ਦੇ ਸਕਦੇ ਹੋ, ਕਿਉਂ ਮਹਾਰਾਜ। ਗੁਰਦੇਵ ਜੀ ਕਹਿੰਦੇ ਸੁਣੋ, ਫਿਰ ਉਹਦੇ ਤੁਸੀਂ ਕੌਤਕ ਵੇਖਣੇ ਹੋਣ, ਉਸ ਪਰਮੇਸ਼ਰ ਦੇ ਕੌਤਕ ਨੇ ਪੌਣ ਉਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ। ਕਹਿੰਦੇ ਦੱਸੋ, ਜਿੱਥੇ ਪਾਣੀ ਹੋਵੇ ਉੱਥੇ ਅੱਗ ਹੋ ਸਕਦੀ ਹੈ, ਜਿੱਥੇ ਅੱਗ ਹੋਵੇ ਉੱਥੇ ਪਾਣੀ ਨਹੀਂ ਹੋ ਸਕਦਾ। ਪਰਮਾਤਮਾ ਨੇ ਦੋਵਾਂ ਨੂੰ ਇੱਕ ਥਾਂ ਤੇ ਰੱਖ ਦਿੱਤਾ। ਗੱਜ ਕੇ ਆਖੋ ਸਤਨਾਮ ਸ਼੍ਰੀ। ਦੋ ਉਲਟ ਤੱਤ ਹਨ, ਦੋਵਾਂ ਤੱਤਾਂ ਦਾ ਸੁਭਾਅ ਉਲਟ ਹੈ। ਕਹਿੰਦੇ ਰੱਬ ਨੇ ਤਾਂ ਦੋਵਾਂ ਨੂੰ ਇੱਕ ਥਾਂ ਤੇ ਰੱਖਿਆ ਹੈ। ਪੌਣ ਉਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ। ਅੰਧਲੇ ਦਹੈਂਸਰ, ਅੰਧਲੇ ਦਹੈਂਸਰ ਕਹੀਏ ਅੰਨੇ ਰਾਵਣ ਨੂੰ, ਅੰਧਲੇ ਦਹੈਂਸਰ ਮੂੰਡ ਕਟਾਇਆ। ਰਾਵਣ ਮਾਰ ਕਿਆ ਵੱਡਾ ਪਿਆ, ਕਿਆ ਉਪਮਾ ਤੇਰੀ ਆਖੀ ਜਾਏ। ਤੂੰ ਸਰਬੇ ਪੂਰ ਰਹਾ ਲਿਵਲਾਏ। ਪਰਮੇਸ਼ਰ ਤੇਰੀ ਉਪਮਾ ਕਿਵੇਂ ਕੋਈ ਕਰ ਸਕਦਾ ਹੈ, ਤੇਰੀ ਉਪਮਾ ਸੀ ਕਿਵੇਂ ਕਰ ਸਕੀਏ। ਤੇ ਸਾਹਿਬ ਜੀਆਂ ਨੇ ਉਸ ਪਾਵਨ ਸ਼ਬਦ ਅੰਦਰ ਦੋ ਤਿੰਨ ਉਦਾਹਰਨਾਂ ਦੇ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਉਹ ਪਾਵਨ ਸ਼ਬਦ ਹੈ। ਇਸੇ ਪ੍ਰਕਾਰ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ। ਉਹਦੇ ਜਦੋਂ ਕੌਤਕ ਤੱਕੇ ਹਨ, ਉਹਦੀਆਂ ਖੇਡਾਂ ਵੇਖੀਆਂ ਹਨ, ਸੇਵਕ ਜਨ ਦੇ ਹਿਰਦੇ ਅੰਦਰ ਖੇੜਾ ਆਇਆ ਹੈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਮੈਂ ਆਪਣੇ ਸੁਆਮੀ ਜੀ ਨੂੰ ਹਰ ਸਿਮਰ ਸਿਮਰ, ਉਸ ਮਾਲਕ ਜੀਆਂ ਨੂੰ ਸਿਮਰ ਸਿਮਰ ਕਰਕੇ ਸੇਵਕ ਜਨ ਹਰ ਸਿਮਰ ਸਿਮਰ ਆਨੰਦ ਕਰ ਨਾਨਕ। ਉਸ ਪਰਮੇਸ਼ਰ ਜੀ ਦੀ ਇਬਾਦਤ ਕਰਕੇ, ਉਹਨੂੰ ਸਿਮਰ ਸਿਮਰ ਕਰਕੇ ਸੇਵਕ ਜਨ ਆਨੰਦਿਤ ਹੋਇਆ ਹੈ। ਪ੍ਰਭ ਪੂਰਨ ਪੈਜ ਰਖਾਈ। ਪ੍ਰਭੂ ਨੇ ਆਪਣੇ ਸੇਵਕ ਦੀ ਪੂਰਨ ਪੱਤ ਇੱਜ਼ਤ ਟੱਕੀ ਹੈ। ਸੇਵਕ ਜਨ ਨੇ ਪਰਮੇਸ਼ਰ ਜੀ ਨੂੰ ਸਿਮਰਿਆ। ਹਰ ਸਿਮਰ ਸਿਮਰ ਹਰੀ ਨੂੰ ਸਿਮਰ ਕਰਕੇ ਆਨੰਦ ਕਰ ਨਾਨਕ। ਸੇਵਕ ਜਨ ਆਨੰਦ ਦੇ ਵਿੱਚ ਹੋਇਆ ਹੈ ਉਸ ਪਰਮੇਸ਼ਰ ਜੀ ਨੂੰ ਆਰਾਧ ਕੇ। ਔਰ ਫਿਰ ਪਰਮੇਸ਼ਰ ਜੀ ਨੇ ਵੀ ਆਪਣੇ ਸੇਵਕ ਦੀ ਪ੍ਰਭ ਪੂਰਨ ਪੈਜ ਰਖਾਈ। ਮਾਲਕ ਜੀ ਆਪਣੇ ਸੇਵਕ ਦੀ ਆਪ ਇੱਜ਼ਤ ਪੱਤ ਰੱਖਣ ਹਾਰੇ ਹਨ। ਪ੍ਰਭ ਪੂਰਨ ਪੈਜ ਰਖਾਈ, ਇੱਜ਼ਤ ਪੱਤ ਮਾਲਕ ਜੀਆਂ ਨੇ ਢੱਕ ਲਈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਸਾਧ ਸੰਗਤ ਜੀਓ ਪਾਵਨ ਪਵਿੱਤਰ ਮੁਬਾਰਕ ਸ਼ਬਦ ਰਾਗ ਧਨਾਸਰੀ ਅੰਦਰ ਆਇਆ ਹੈ। ਸਤਿਗੁਰੂ ਮਹਾਰਾਜ ਜੀ ਰਹਿਮਤਾਂ ਕਰਨ। ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਜੀ, ਸਤਿਗੁਰੂ ਜੀ ਦੀ ਸੰਗਤ ਬਖਸ਼ਨੇ ਜੋ ਬਖਸ਼ ਲੈਣਾ ਜੀ। ਵਾਹਿਗੁਰੂ 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 ਵਾਹਿਗੁਰੂ। ਔਖੀ ਘੜੀ ਨਾ ਦੇਖਣ ਦੇਈ, ਔਖੀ ਘੜੀ ਨਾ ਦੇਖਣ ਦੇਈ, ਔਖੀ ਘੜੀ ਨਾ ਦੇਖਣ ਦੇਈ, ਔਖੀ ਘੜੀ ਨਾ ਦੇਖਣ ਦੇਈ। ਆਪਣਾ ਬਿਰਦ ਸੰਭਾਲੇ, ਆਪਣਾ ਬਿਰਦ ਸੰਭਾਲੇ, ਆਪਣਾ ਬਿਰਦ हाथ दे राखै अपने को, हाथ दे राखै अपने को, हाथ सास सास प्रतपाले, सास सास प्रतपाले, सास सास प्रत ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।